अधिक कोहिया शोर मचाए। पातक घोर बिलो क्यों जाए। अधिक कोहिया शोर मचाए। टूटी गाडन हार गोपाल, पतत पावन चोजी प्रीतम गरीब निवाज। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ 'ਤੇ ਜੁਗੋ ਜੁਗ ਅਟਲ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਸ਼ਾਮ ਸੰਧਿਆ ਦੇ ਦੀਵਾਨ ਦਾ ਸੁਭਾਗ ਸਮਾਂ ਹੋਇਆ ਹੈ। ਗੁਰਸਿੱਖ ਦਾ ਜੀਵਨ ਗੁਰੂ ਕੀ ਸਿੱਖਿਆ ਨਾਲ ਗੁਰੂ ਕੇ ਉਪਦੇਸ਼ ਨਾਲ ਹੈ ਔਰ ਇਸ ਉਪਦੇਸ਼ ਨੂੰ ਸੰਚਰਿਤ ਕਰਦੇ ਰਹਿਣ ਵਾਸਤੇ ਗੁਰੂ ਕਾਲ ਤੋਂ ਗੁਰੂ ਘਰ ਦੀ ਜੋ ਮਰਿਆਦਾ ਪ੍ਰਾਰੰਭਿਤ ਹੋਈ ਉਹ ਪੀੜ੍ਹੀ ਦਰ ਪੀੜ੍ਹੀ ਨਸਲ ਦਰ ਨਸਲ ਗੁਰਸਿੱਖਾਂ ਦੇ ਵਿੱਚ ਚੱਲਦੀ ਆ ਰਹੀ ਹੈ। ਸੀਨਾ ਬਾ ਸੀਨਾ ਗੁਰਸਿੱਖਾਂ ਨੇ ਗੁਰੂ ਦੇ ਹੁਕਮ ਨੂੰ ਗੁਰੂ ਦੀ ਆਗਿਆ ਨੂੰ ਜਿਉਂ ਤਿਉਂ ਸੰਭਾਲ ਕੇ ਰੱਖਿਆ ਹੋਇਆ। ਸਤਿਗੁਰੂ ਦੇ ਘਰ ਦੀ ਮਰਿਆਦਾ ਅਨੁਸਾਰ ਪਾਵਨ ਗੁਰ ਇਤਿਹਾਸ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਮੀਰੀ ਪੀਰੀ ਦੇ ਮਾਲਕ ਸਤਿਗੁਰੂ ਚੋਜੀ ਪ੍ਰੀਤਮ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਗਰੀਬ ਨਿਵਾਜ ਜੀ ਦੇ ਪਾਵਨ ਜੀਵਨ ਕੌਤਕਾਂ ਦੀ ਕਥਾ ਵਿਚਾਰ ਚੱਲ ਰਹੀ ਹੈ। ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਸਤਿਕਾਰਯੋਗ ਬਾਬਾ ਗੁਰਦਿੱਤਾ ਸਾਹਿਬ ਜੀ ਸ਼ਿਕਾਰ ਖੇਡਣ ਵਾਸਤੇ ਜਾਂਦੇ ਨੇ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਵਾਲੇ ਇਲਾਕੇ ਅੰਦਰ। ਬਾਬਾ ਜੀ ਦੇ ਨਾਲ ਕੁਝ ਸ਼ਿਕਾਰੀਆਂ ਦਾ ਜਥਾ ਰਹਿੰਦਾ। ਕਿਸੇ ਇੱਕ ਸ਼ਿਕਾਰੀ ਤੋਂ ਇੱਕ ਗਲਤੀ ਹੋਈ। ਹਿਰਣ ਦੇ ਭੁਲੇਖੇ ਪਹਾੜਾ ਜਾਨਵਰ ਦੇ ਭੁਲੇਖੇ ਗਊ ਦੀ ਹੱਤਿਆ ਹੋ ਗਈ। ਹਿਰਣ ਦੀਆਂ ਕਿਸਮਾਂ ਵਿੱਚੋਂ ਪਹਾੜਾ ਇੱਕ ਜਾਨਵਰ ਹੁੰਦਾ ਹੈ ਜਿਹਦਾ ਕੱਦ ਕਾਠ ਗਊ ਨਾਲ ਰਲਦਾ ਮਿਲਦਾ, ਉਹਦਾ ਰੰਗ ਵੀ ਗਊ ਨਾਲ ਰਲਦਾ ਹੁੰਦਾ ਹੈ। ਝਾੜਾਂ ਦੇ ਵਿੱਚ ਗਊ ਫਿਰਦੀ ਸੀ, ਭੁਲੇਖਾ ਲੱਗਿਆ, ਦੂਰੋਂ ਗੋਲੀ ਚਲਾਈ, ਗਊ ਮਾਰੀ ਗਈ। ਲਾਗੇ ਜਾ ਕੇ ਪਤਾ ਲੱਗਾ ਜਿਨ੍ਹਾਂ ਪਹਾੜੀਆਂ ਦੀ ਗਊ ਸੀ ਉਹਨਾਂ ਨੇ ਆ ਕੇ ਸ਼ਿਕਾਰੀ ਨੂੰ ਫੜ ਲਿਆ। ਇਹ ਮਸਲਾ ਸਤਿਕਾਰਯੋਗ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਕੋਲ ਪਹੁੰਚਦਾ। ਪਹਾੜੀਏ ਕਹਿੰਦੇ ਨੇ ਕਿ ਜਾਂ ਤਾਂ ਇਸ ਗਊ ਨੂੰ ਜਿੰਦਾ ਕਰੋ ਕਿਉਂਕਿ ਅਸੀਂ ਜਾਣਦੇ ਹਾਂ ਤੁਸੀਂ ਗੁਰੂ ਪੁੱਤਰ ਹੋ, ਕਰਾਮਾਤਾਂ ਨੂੰ ਕਰਨ ਵਾਲੇ, ਕਰਾਮਾਤ ਰੱਖਣ ਵਾਲੇ ਹੋ, ਸ਼ਕਤੀਆਂ ਦੇ ਮਾਲਕ ਹੋ, ਜਾਂ ਫਿਰ ਅਸੀਂ ਜਾ ਕੇ ਬਾਦਸ਼ਾਹ ਕੋਲ ਪੁਕਾਰ ਕਰਾਂਗੇ, ਇਹ ਰੌਲਾ ਵਧੇਗਾ। ਅਸੀਂ ਗਊ ਨੂੰ ਮਾਤਾ ਮੰਨਣ ਵਾਲੇ ਹਾਂ ਅਤੇ ਗਊ ਹੱਤਿਆ ਦਾ ਪਾਪ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਇਹ ਕਥਾ ਵਿਚਾਰ ਆਪ ਜੀ ਪਿਛਲੇ ਦੀਵਾਨਾਂ ਤੋਂ ਸਰਵਣ ਕਰਦੇ ਆ ਰਹੇ ਹੋ। ਜਿਸ ਪ੍ਰਕਾਰ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅੱਗੇ ਗੁਰ ਇਤਿਹਾਸ ਦਾ ਵਰਣਨ ਕਰਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਜੋ ਕੌਤਕ ਵਰਤਦੇ ਨੇ, ਆਓ ਇਸ ਰਸਦਾਇਕ ਕਥਾ ਨੂੰ ਪ੍ਰੇਮ ਨਾਲ ਸਰਵਣ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦਾ ਧਿਆਨ ਧਾਰੋ। ਪ੍ਰੇਮ ਨਾਲ ਸ਼ਰਧਾ ਨਾਲ ਸੰਗਤ ਵਿੱਚ ਹਾਜ਼ਰੀ ਲਵਾਉਣ ਵਾਸਤੇ, ਚਿੱਤ ਬਿਰਤੀ ਦੀ ਇਕਾਗਰਤਾ ਵਾਸਤੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੜ੍ਹੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਤਕ ਘੋਰ ਬਿਲੋ ਕਿਉ ਜਾਏ। ਪਹਾੜੀ ਲੋਕ ਇਕੱਠੇ ਹੋ ਕੇ ਗਊ ਦੀ ਮ੍ਰਿਤਕ ਦੇਹੀ ਕੋਲ ਆ ਗਏ। ਰੌਲਾ ਗੌਲਾ ਸੁਣਿਆ, ਜਾ ਕੇ ਕੀ ਵੇਖਿਆ ਕਿ ਬਹੁਤ ਘੋਰ ਬਹੁਤ ਵੱਡਾ ਪਾਪ ਹੋਇਆ ਪਿਆ। ਇੱਕ ਗਊ ਦੀ ਹੱਤਿਆ ਕਿਸੇ ਸ਼ਿਕਾਰੀ ਵੱਲੋਂ ਕਰ ਦਿੱਤੀ ਗਈ ਹੈ ਅਤੇ ਇਹਨਾਂ ਦੇ ਜੀਵਨ ਦੀ ਮਰਿਆਦਾ ਅੰਦਰ, ਇਹਨਾਂ ਦੇ ਧਾਰਮਿਕ ਆਚਰਣ ਅੰਦਰ ਗਊ ਦੀ ਹੱਤਿਆ ਨੂੰ ਬਹੁਤ ਵੱਡਾ ਪਾਪ ਮੰਨਿਆ ਗਿਆ।
ਤਾਂ ਇਹਨਾਂ ਨੇ ਜਾ ਕੇ ਕੀ ਵੇਖਿਆ ਕਿ ਬਹੁਤ ਵੱਡਾ ਪਾਪ ਹੋਇਆ ਪਿਆ, ਗਊ ਦੀ ਹੱਤਿਆ ਹੈ। ਅਧਿਕ ਕੋਹੀਆ ਸ਼ੋਰ ਮਚਾਏ। ਪਹਾੜੀਆਂ ਨੇ ਬਹੁਤ ਸਾਰਾ ਰੌਲਾ ਗੋਲਾ ਉੱਥੇ ਪਾ ਲਿਆ। ਕੋ ਨਾਮ ਅਰਬੀ ਵਿੱਚ ਪਹਾੜ ਦਾ ਹੁੰਦਾ, ਕੋਹੀਆ ਮੈਨੇ ਪਹਾੜੀ ਲੋਕ, ਪਹਾੜਾਂ ਵਿੱਚ ਵਸਣ ਵਾਲੇ। ਜਿਵੇਂ ਜਿਵੇਂ ਪਹਾੜੀਆਂ ਦੀ ਗਿਣਤੀ ਵੱਧਦੀ ਜਾਂਦੀ ਹੈ, ਭੀੜ ਇਕੱਠੀ ਹੁੰਦੀ ਜਾਂਦੀ ਹੈ, ਉਵੇਂ ਰੌਲਾ ਵੱਧਦਾ ਜਾ ਰਿਹਾ ਹੈ ਕਿ ਸਾਹਿਤ ਸੁਭਟ ਕੋ ਗਹਿਓ। ਘੋੜੇ ਸਮੇਤ ਇਹਨਾਂ ਪਹਾੜੀਆਂ ਨੇ ਉਹ ਸੂਰਮਾ, ਉਹ ਸ਼ਿਕਾਰੀ ਫੜ ਲਿਆ ਜਿਸ ਸ਼ਿਕਾਰੀ ਤੋਂ ਭੁਲੇਖੇ ਦੇ ਨਾਲ ਗਊ ਦੀ ਹੱਤਿਆ ਹੋਈ ਹੈ। ਬਹੁ ਝਿਰਕਤ ਅਪਰਾਧੀ ਲਹਿਓ। ਬਹੁਤ ਸਾਰਾ ਝਿੜਕਦੇ ਨੇ, ਜਿਹੜਾ ਆਉਂਦਾ ਹੈ ਜਿਹਨੂੰ ਪਤਾ ਲੱਗਦਾ ਵੀ ਇਸ ਸ਼ਿਕਾਰੀ ਨੇ ਗਊ ਹੱਤਿਆ ਕੀਤੀ ਹੈ, ਉਹ ਆ ਕੇ ਝਿੜਕਾਂ ਦਿੰਦਾ ਹੈ, ਗਾਲਾਂ ਦਿੰਦਾ ਹੈ, ਆਪਣੇ ਮਨ ਦਾ ਗੁੱਸਾ ਕੱਢਦਾ ਹੈ। ਮ੍ਰਿਦੁਲ ਬਾਕ ਗੁਰ ਪੁੱਤਰ ਸੁਨਾਇਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਸਤਿਕਾਰਯੋਗ ਬਾਬਾ ਗੁਰਦਿੱਤਾ ਜੀ ਇਸ ਸਾਰੇ ਵਿਹਾਰ ਨੂੰ ਵਰਤਦਿਆਂ ਵੇਖ ਰਹੇ ਨੇ। ਆਪਣੇ ਮੁਖ ਤੋਂ ਬਾਬਾ ਜੀ ਨੇ ਬਹੁਤ ਮਿੱਠੇ, ਬੜੇ ਸੁਭਾਵਕ, ਬੜੇ ਪ੍ਰੇਮ ਵਾਲੇ, ਬੜੀ ਨਿਮਰਤਾ ਵਾਲੇ ਬਚਨ ਇਸ ਪ੍ਰਕਾਰ ਕਹੇ ਹਨ। ਬਿਨ ਜਾਨੀ ਵੱਡ ਦੋਸ਼ ਕਮਾਇਓ। ਬਾਬਾ ਜੀ ਕਹਿਣ ਲੱਗੇ ਵੀ ਭਾਈ ਸੁਣੋ, ਸਾਡੇ ਸ਼ਿਕਾਰੀ ਨੇ, ਸਾਡੇ ਸੂਰਮੇ ਨੇ ਬਿਨਾਂ ਜਾਣਿਆਂ ਤੋਂ ਇਹ ਦੋਸ਼ ਕਮਾਇਆ। ਅਣਜਾਣ ਪੁਣੇ ਦੇ ਵਿੱਚ ਇਹਦੇ ਤੋਂ ਇਹ ਕਤਲ ਹੋਇਆ ਹੈ। ਇਹ ਹੱਤਿਆ, ਇਹ ਵੱਧ, ਇਹ ਗਊ ਵੱਧ ਇਹਨੇ ਜਾਣ ਬੁੱਝ ਕੇ ਨਹੀਂ ਕੀਤਾ, ਸੋਚ ਸਮਝ ਕੇ ਜਾਂ ਤੁਹਾਨੂੰ ਨੀਵਾਂ ਵਿਖਾਉਣ ਵਾਸਤੇ ਜਾਂ ਗਊ ਨੂੰ ਨੀਵਾਂ ਵਿਖਾਉਣ ਵਾਸਤੇ ਜਾਂ ਕਿਸੇ ਦੇ ਧਰਮ ਦੇ ਅਨਾਦਰ ਵਾਸਤੇ ਨਹੀਂ ਕੀਤਾ। ਇਹ ਸਹਿਜ ਸੁਭਾਅ ਕੀਤੀ ਗਈ ਹੱਤਿਆ, ਇਹ ਸਹਿਜ ਸੁਭਾਅ ਹੋਇਆ ਗਊ ਵੱਧ ਹੈ। ਸਭ ਤਜ ਦੇਹੋ ਲਰੇ ਕਿਆ ਹੋਏ। ਇਉਂ ਕਰੋ, ਜੇ ਸਾਡੀ ਗੱਲ ਮੰਨੋ ਤੇ ਇਹ ਸਾਰਾ ਰੌਲਾ ਗੌਲਾ ਛੱਡ ਦਿਓ। ਹੁਣ ਜਿਹੜੀ ਮਰਨ ਵਾਲੀ ਸੀ ਉਹ ਤਾਂ ਵਿਚਾਰੀ ਮਰ ਗਈ, ਇਹ ਰੱਬ ਦਾ ਜੀ ਸੀ, ਜਿੰਨੀ ਇਹਦੀ ਉਮਰ ਸੀ ਇਹਨੇ ਭੋਗ ਲਈ। ਹੁਣ ਇਹਦੇ ਪਿੱਛੇ ਰੌਲਾ ਗੌਲਾ ਕਰਨਾ ਬਹੁਤਾ ਇਹ ਕੋਈ ਸ਼ੋਭਾ ਵਾਲੀ ਗੱਲ ਨਹੀਂ, ਇਹ ਕੋਈ ਸਿਆਣਪ ਨਹੀਂ ਹੈ। ਜੇ ਸਾਡੀ ਗੱਲ ਮੰਨੋ ਤੇ ਇਸ ਰੌਲੇ ਨੂੰ ਇੱਥੇ ਹੀ ਛੱਡ ਦਿਓ। ਮ੍ਰਿਤਕ ਭਈ ਅਬ ਜਿਉ ਨ ਕੋਏ। ਜਿਹੜੀ ਮਾਰੀ ਗਈ ਹੈ, ਗਊ ਨੇ ਮਰਨਾ ਸੀ, ਉਹ ਮਰ ਗਈ। ਜਿੰਦਾ ਨਹੀਂ ਹੋ ਜਾਣਾ, ਜਾਣ ਵਾਲੀ ਚਲੀ ਗਈ। ਸਿਆਣਪ ਇਸ ਗੱਲ ਦੇ ਵਿੱਚ ਹੈ ਵੀ ਇਹਨੂੰ ਹੁਣ ਇਸ ਰੌਲੇ ਨੂੰ ਇੱਥੇ ਸਮਾਪਤ ਕਰ ਦਿੱਤਾ ਜਾਏ। ਸੰਗਤ ਜੀ, ਇਹ ਦੁੱਖ ਨੂੰ, ਸ਼ੋਕ ਭਾਵਨਾ ਨੂੰ ਵੀ ਪ੍ਰਗਟ ਕਰਨ ਦਾ ਇੱਕ ਤਰੀਕਾ ਹੈ। ਇਤਿਹਾਸ ਦੇ ਅੰਦਰ ਇੱਕ ਪ੍ਰਸੰਗ ਆਉਂਦਾ ਜਿਸ ਵੇਲੇ ਕਲਗੀਧਰ ਗਰੀਬ ਨਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਗਰੇ ਦੀ ਧਰਤੀ ਤੇ ਗਏ ਨਾ, ਬਹਾਦਰ ਸ਼ਾਹ ਬਾਦਸ਼ਾਹ ਦੇ ਸੱਦੇ ਤੇ, ਜਦੋਂ ਮਹਾਰਾਜ ਦੱਖਣ ਵੱਲ ਜਾ ਰਹੇ ਸੀ ਤੇ ਬਹਾਦਰ ਸ਼ਾਹ ਬਾਦਸ਼ਾਹ ਉਹਨੀ ਦਿਨੀ ਮਹਾਰਾਜ ਸਾਹਿਬ ਦੀ ਸੰਗਤ ਕਰ ਰਿਹਾ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਦਿਨਾਂ ਦੇ ਵਿੱਚ ਮੁੱਖ ਗੜਵਾਈ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਸਨ। ਤੇ ਇੱਕ ਦਿਨ ਉੱਥੇ ਆਗਰੇ ਦੇ ਡੇਰੇ ਵਿੱਚ ਕੀ ਵਾਪਰਿਆ ਵੀ ਦੋ ਮੁਸਲਮਾਨ ਸਿਪਾਹੀ ਆਪਸ ਦੇ ਵਿੱਚ ਘੋੜਿਆਂ ਨੂੰ ਦਾਣਾ ਪੱਠਾ ਪਾਉਣ ਤੋਂ ਲੜ ਪਏ ਤੇ ਲੜਾਈ ਇੰਨੀ ਵੱਧ ਗਈ ਵੀ ਦੋਵਾਂ ਦੀ ਆਪਸ ਵਿੱਚ ਗੋਲੀ ਚੱਲ ਪਈ। ਜਦੋਂ ਰੌਲ ਗੋਲ ਵਧਿਆ ਤੇ ਭਾਈ ਮਾਨ ਸਿੰਘ ਜੀ ਨੇ ਉਹ ਰੌਲਾ ਗੋਲਾ ਸੁਣਿਆ ਤੇ ਛੇਤੀ ਨਾਲ ਨੱਠ ਕੇ ਗਏ ਵੀ ਜਾ ਕੇ ਲੜਾਈ ਨੂੰ ਜਿਵੇਂ ਕਿਵੇਂ ਹੋਏ ਸੁਲਝਾਇਆ ਜਾ ਸਕੇ। ਨੇਤ ਇਹੋ ਜਿਹੀ ਵਾਪਰੀ ਵੀ ਉਹਨਾਂ ਦੋਵਾਂ ਦੇ ਵਿੱਚੋਂ ਕਿਸੇ ਇੱਕ ਨੇ ਗੋਲੀ ਚਲਾਈ ਤੇ ਉਹ ਗੋਲੀ ਆ ਕੇ ਭਾਈ ਮਾਨ ਸਿੰਘ ਜੀ ਨੂੰ ਲੱਗ ਗਈ ਤੇ ਭਾਈ ਮਾਨ ਸਿੰਘ ਜੀ ਸਰੀਰ ਛੱਡ ਗਏ। ਭਾਈ ਮਾਨ ਸਿੰਘ ਜੀ ਦੀ ਸ਼ਹਾਦਤ ਹੋਈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਗਰੀਬ ਨਵਾਜ ਨੂੰ ਇਹ ਖਬਰ ਪਤਾ ਲੱਗਦੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੌਨ ਧਾਰ ਲੈਂਦੇ, ਸਤਿਗੁਰੂ ਚੁੱਪ ਕਰਕੇ ਬਹਿ ਜਾਂਦੇ, ਇਹਦਾ ਕੋਈ ਅੱਗੋਂ ਉੱਤਰ ਨਹੀਂ ਦਿੰਦੇ। ਜਦੋਂ ਆ ਕੇ ਸੁਨੇਹਾ ਮਿਲਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਆਹ ਕਾਰਨ ਵਾਪਰ ਗਿਆ, ਭਾਣਾ ਵਾਪਰਿਆ, ਦੋ ਸਿਪਾਹੀ ਲੜੇ ਤੇ ਭਾਈ ਮਾਨ ਸਿੰਘ ਜੀ ਛੁਡਵਾਉਣ ਗਏ ਤੇ ਉੱਥੇ ਗੋਲੀ ਉਹਨਾਂ ਨੂੰ ਲੱਗ ਗਈ ਤੇ ਉਹ ਪਰਲੋਕ ਗਮਨ ਕਰ ਗਏ, ਅਕਾਲ ਚਲਾਣਾ ਕਰ ਗਏ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨੇਤਰ ਬੰਦ ਕਰ ਲਏ ਤੇ ਇਤਿਹਾਸ ਵਿੱਚ ਲਿਖਿਆ ਕਿ ਲਗਭਗ 1 ਪਹਿਰ 3 ਘੰਟਿਆਂ ਦਾ ਸਮਾਂ ਸਤਿਗੁਰੂ ਗਰੀਬ ਨਵਾਜ ਜੀ ਉੱਥੇ ਇਸੇ ਤਰ੍ਹਾਂ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਬੈਠੇ ਰਹੇ। ਬਹਾਦਰ ਸ਼ਾਹ ਬਾਦਸ਼ਾਹ ਨੇ ਜਦੋਂ ਰੌਲਾ ਗੋਲਾ ਸੁਣਿਆ, ਉਹ ਇਸ ਗੱਲ ਨੂੰ ਜਾਣਦਾ ਸੀ ਕਿਉਂਕਿ ਕਈ ਦਿਨਾਂ ਤੋਂ ਮਹਾਰਾਜ ਸਾਹਿਬ ਦੀ ਸੰਗਤ ਕਰ ਰਿਹਾ ਸੀ। ਉਹਨੇ ਜਦੋਂ ਪਤਾ ਲੱਗਾ ਵੀ ਉਹਨੇ ਮਹਿਸੂਸ ਕੀਤਾ ਵੀ ਭਾਈ ਮਾਨ ਸਿੰਘ ਉਹ ਸਿੰਘ ਸੀ ਜਿਹਦੇ ਨਾਲ ਕਲਗੀਧਰ ਜੀ ਇਸ ਵੇਲੇ ਸਭ ਤੋਂ ਵੱਧ ਨੇਹ ਮੁਹੱਬਤ ਰੱਖਦੇ ਸਨ, ਬਹੁਤਾ ਪ੍ਰੇਮ ਭਾਈ ਮਾਨ ਸਿੰਘ ਨਾਲ ਕਰਦੇ ਸੀ।
ਹਰ ਕੰਮਕਾਰ ਮਹਾਰਾਜ ਭਾਈ ਮਾਨ ਸਿੰਘ ਨੂੰ ਆਵਾਜ਼ ਮਾਰ ਕੇ ਸੱਦ ਕੇ ਫਿਰ ਉਹਦੇ ਤੋਂ ਕਰਵਾਉਂਦੇ ਸਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਰੇ ਜਦੋਂ ਦੂਜੀ ਗੱਲ ਪਤਾ ਲੱਗੀ ਕਿ ਜਦੋਂ ਦਾ ਭਾਈ ਮਾਨ ਸਿੰਘ ਦੇ ਸਰੀਰ ਛੱਡਣ ਬਾਰੇ ਸਤਿਗੁਰੂ ਨੂੰ ਪਤਾ ਲੱਗਾ, ਉਦੋਂ ਦਾ ਚੌਂਕੜਾ ਲਾ ਕੇ ਨੇਤਰ ਮੂੰਦ ਕੇ ਸਤਿਗੁਰੂ ਸੱਚੇ ਪਾਤਸ਼ਾਹ ਬੈਠੇ ਹੋਏ ਨੇ, ਬਿਰਾਜਮਾਨ ਨੇ। ਤੇ ਗਰੀਬ ਨਵਾਜ ਨੇ ਕਿਸੇ ਨਾਲ ਉਦੋਂ ਦਾ ਕੋਈ ਬਚਨ ਬਲਾਸ ਨਹੀਂ ਕੀਤਾ। ਬਹਾਦਰ ਸ਼ਾਹ ਬਾਦਸ਼ਾਹ ਗਿਆ, ਜਾ ਕੇ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਖਲੋ ਕੇ ਨਮਸਕਾਰ ਕੀਤੀ। ਸਤਿਗੁਰੂ ਦੇ ਲਾਗੇ ਹੋ ਕੇ ਵੇਖਿਆ ਤੇ ਗਰੀਬ ਨਵਾਜ ਦੇ ਨੇਤਰਾਂ ਵਿੱਚੋਂ ਜਲ ਚੱਲ ਰਿਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਲਗੀਧਰ ਪਾਤਸ਼ਾਹ ਦਾ ਆਪਣੇ ਸਿੰਘਾਂ ਨਾਲ ਇੰਨਾ ਪ੍ਰੇਮ, ਸਤਿਗੁਰੂ ਦੇ ਨੇਤਰਾਂ ਵਿੱਚੋਂ ਜਲ ਆ ਰਿਹਾ। ਤੇ ਬਹਾਦਰ ਸ਼ਾਹ ਨੇ ਪਛਤਾਵਾ ਕਰਨ ਵਾਸਤੇ ਲਾਗੇ ਹੋ ਕੇ ਦੋ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ, ਮੈਂ ਆਪ ਜੀ ਦਾ ਇਹ ਦੁੱਖ, ਆਪ ਜੀ ਦੀ ਇਹ ਭਾਵਨਾ, ਸਤਿਗੁਰੂ ਆਪ ਜੀ ਦਾ ਇਹ ਕੌਤਕ ਮੈਂ ਉਹਨਾਂ ਤਾਂ ਨਹੀਂ ਜਾਣ ਸਕਦਾ, ਉਹਨਾਂ ਨਹੀਂ ਸਮਝ ਸਕਦਾ ਜਿੰਨਾ ਆਪ ਜੀ ਇਸ ਕੌਤਕ ਨੂੰ ਜਾਣਦੇ ਹੋ। ਮੇਰੇ ਹੱਥ ਵਸ ਇੰਨਾ ਹੈ ਕਿ ਜਿਨ੍ਹਾਂ ਤੋਂ ਇਹ ਗਲਤੀ, ਇਹ ਗੁਨਾਹ ਹੋਇਆ ਹੈ, ਉਹ ਸਿਪਾਹੀ ਫੜ ਕੇ ਮੈਂ ਆਪ ਜੀ ਦੇ ਪੇਸ਼ ਕਰਦਾ। ਆਪ ਜੀ ਜੋ ਹੁਕਮ ਕਰੋਗੇ, ਜੋ ਸਜ਼ਾ ਲਾਓਗੇ, ਉਹਨਾਂ ਨੂੰ ਦੇ ਦਿੱਤੀ ਜਾਏਗੀ ਔਰ ਤੁਰੰਤ ਦਿੱਤੀ ਜਾਏਗੀ। ਸਤਿਗੁਰੂ ਜੀ ਨੇ ਬਹਾਦਰ ਸ਼ਾਹ ਬਾਦਸ਼ਾਹ ਦੀ ਭਾਵਨਾ ਜਾਣ ਕੇ, ਉਹਦੇ ਮਨ ਦੀ ਉਸ ਵੇਲੇ ਦੀ ਪਵਿੱਤਰਤਾ ਨੂੰ ਜਾਣ ਕੇ ਸਤਿਗੁਰੂ ਨੇ ਨੇਤਰ ਖੋਲ੍ਹੇ ਤੇ ਬਚਨ ਕੀਤਾ, ਬਾਦਸ਼ਾਹ ਜਿਹੜਾ ਮੇਰਾ ਸਿੰਘ ਸੀ ਨਾ, ਕਰੋੜਾਂ ਰਤਨਾਂ ਵਰਗਾ ਸਿੰਘ ਸੀ, ਗਲਤੀ ਕਰਕੇ ਗਿਆ, ਜਾਣੇ ਕਰਕੇ ਗਿਆ, ਅਣਜਾਣੇ ਕਰਕੇ ਚਲਿਆ ਗਿਆ। ਜਿਹਨੇ ਜਾਣਾ ਸੀ ਉਹ ਚਲਿਆ ਗਿਆ, ਉਹਨੇ ਜਿੱਥੇ ਪਹੁੰਚਣਾ ਸੀ ਉਹ ਪਹੁੰਚ ਗਿਆ। ਹੁਣ ਇਹਨਾਂ ਨੂੰ ਸਜ਼ਾ ਦਿੱਤਿਆਂ ਉਹਨੇ ਵਾਪਸ ਨਹੀਂ ਆ ਜਾਣਾ, ਇਸ ਕਰਕੇ ਕਿਸੇ ਨੂੰ ਕੋਈ ਸਜ਼ਾ ਨਾ ਦਿੱਤੀ ਜਾਏ। ਇਹ ਗੁਰੂ ਘਰ ਦੇ ਅੰਦਰ ਸੰਗਤ ਜੀ ਦਇਆ ਦਾ ਐਸਾ ਸਿਧਾਂਤ ਹੈ। ਭਾਈ ਗੁਰਦਿੱਤਾ ਸਾਹਿਬ ਜੀ ਬਚਨ ਕਰਦੇ ਨੇ, ਕਹਿੰਦੇ ਜਿਹੜੀ ਜਾਣ ਵਾਲੀ ਗਊ ਸੀ, ਜਿਹੜਾ ਜਾਣ ਵਾਲਾ ਇਹ ਪ੍ਰਾਣਾਧਾਰੀ ਸੀ, ਉਹ ਤਾਂ ਇਸ ਮਿੱਟੀ ਦੇ ਸਰੀਰ ਨੂੰ ਛੱਡ ਕੇ ਚਲਿਆ ਗਿਆ। ਹੁਣ ਮਗਰੋਂ ਰੌਲਾ ਗੌਲਾ ਕਰਨ ਦੇ ਨਾਲ ਜਾਂ ਮਗਰੋਂ ਕੋਈ ਹੱਲਾ ਗੁੱਲਾ ਕਰਨ ਦੇ ਨਾਲ ਗਊ ਨੇ ਜਿੰਦਾ ਨਹੀਂ ਹੋ ਜਾਣਾ, ਕਿਸੇ ਹੋਰ ਦਾ ਕੋਈ ਨੁਕਸਾਨ ਕੀਤਾ ਜਾਏ। ਇਹਦੇ ਨਾਲੋਂ ਚੰਗਾ ਹੈ ਕਿ ਇਸ ਗੱਲ ਨੂੰ ਇੱਥੇ ਸਮਾਪਤ ਕਰ ਦਿਓ। ਸੁਨਤ ਪਹਾੜੀ ਬਾਕ ਉਚਾਰੇ। ਪਹਾੜੀਆਂ ਨੇ ਜਦੋਂ ਬਾਬਾ ਗੁਰਦਿੱਤਾ ਜੀ ਦੇ ਮੁਖੋਂ ਇਹ ਬਚਨ ਸੁਣਿਆ, ਇਸ ਤਰ੍ਹਾਂ ਬਚਨ ਉਚਾਰਨ ਕੀਤੇ, ਤੁਮ ਗੁਰ ਸੁਤ ਅਜਮਤ ਕੋ ਧਾਰੇ। ਕਹਿਣ ਲੱਗੇ ਜੀ ਤੁਸੀਂ ਧੰਨ ਗੁਰੂ ਹਰਗੋਬਿੰਦ ਸਾਹਿਬ ਗਰੀਬ ਨਵਾਜ ਦੇ ਸਾਹਿਬਜ਼ਾਦੇ ਹੋ। ਤੇ ਬਾਬਾ ਗੁਰਦਿੱਤਾ ਸਾਹਿਬ ਜੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ, ਇਹ ਤਿੰਨ ਉਹ ਗੁਰਸਿੱਖ ਸਨ ਜਿਨ੍ਹਾਂ ਦਾ ਚਿਹਰਾ ਮੋਹਰਾ, ਸਰੀਰਕ ਕੱਦ ਕਾਠ ਹੂ ਬਾਹੂ ਧੰਨ ਗੁਰੂ ਹਰਗੋਬਿੰਦ ਸਾਹਿਬ ਗਰੀਬ ਨਵਾਜ ਜੀ ਨਾਲ ਮੇਲ ਖਾਂਦਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਰਗਾ ਹੀ ਸਰੂਪ ਤੇ ਵਰਗਾ ਹੀ ਸ਼ਸਤਰ ਬਸਤਰ ਦਾ ਪਹਿਰਾਵਾ, ਸ਼ਸਤਰ ਬਸਤਰ ਦੀ ਮਰਿਆਦਾ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਰੱਖਦੇ ਸੀ। ਇਸ ਕਰਕੇ ਸੰਗਤ ਬਹੁਤ ਸਤਿਕਾਰ ਤੇ ਬੜਾ ਪ੍ਰੇਮ ਬਾਬਾ ਜੀ ਨਾਲ ਕਰਦੀ ਸੀ, ਬੜੀ ਭਾਵਨਾ ਰੱਖਦੇ ਸੀ। ਪਹਾੜੀਏ ਕਹਿਣ ਲੱਗੇ ਜੀ ਤੁਸੀਂ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦੇ ਹੋ ਤੇ ਉੱਚਾ ਉੱਚਾ ਜੀਵਨ ਹੋਣ ਕਰਕੇ, ਗੁਰੂ ਕੀ ਕਿਰਪਾ ਦੇ ਅਧਿਕਾਰੀ ਹੋਣ ਕਰਕੇ ਤੁਸੀਂ ਗੁਰੂ ਜਿੰਨੀ ਸ਼ਕਤੀ, ਗੁਰੂ ਸਾਹਿਬ ਵਾਲੀ ਸਾਰੀ ਕਰਾਮਾਤ ਧਾਰਨ ਕਰਦੇ ਹੋ। ਗਊ ਮਰੀ ਕੋ ਦੇਹੁ ਜਿਵਾਏ। ਜੇ ਤੁਸੀਂ ਚਾਹੋ ਤੇ ਇਸ ਮਰੀ ਹੋਈ ਗਊ ਨੂੰ ਤੁਸੀਂ ਜਿੰਦਾ ਕਰ ਸਕਦੇ ਹੋ। ਨਿਜ ਚਾਕਰ ਕੋ ਲੇਹੁ ਛੁਡਾਏ। ਤੁਸੀਂ ਇਉਂ ਕਰੋ, ਇਸ ਮਰੀ ਹੋਈ ਗਊ ਨੂੰ ਜਿੰਦਾ ਕਰ ਦਿਓ ਤੇ ਆਪਣਾ ਚਾਕਰ, ਆਪਣਾ ਨੌਕਰ, ਆਪਣਾ ਸ਼ਿਕਾਰੀ ਸਾਡੇ ਪਾਸੋਂ ਛੁਡਵਾ ਲਵੋ। ਜੇ ਬਲ ਕਰੋ ਪੁਕਾਰੂ ਜੈ ਹੈ। ਜੇ ਸਾਡੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰੋਗੇ ਵੀ ਧੱਕੇ ਨਾਲ ਆਪਦਾ ਬੰਦਾ ਛੁਡਵਾ ਲਵਾਂਗੇ, ਫਿਰ ਅਸੀਂ ਬਾਦਸ਼ਾਹ ਦੇ ਕੋਲ ਪੁਕਾਰ ਕਰਨ ਜਾਵਾਂਗੇ। ਨਿਜ ਰਾਜੇ ਕੇ ਨਿਕਟ ਕਹੈ ਹੈ। ਸਾਡਾ ਜਿਹੜਾ ਰਾਜਾ ਹੈ, ਸਾਡਾ ਜਿਹੜਾ ਬਾਦਸ਼ਾਹ ਇਲਾਕੇ ਦਾ, ਇਸ ਧਰਤੀ ਦਾ, ਉਹਦੇ ਕੋਲ ਜਾ ਕੇ ਪੁਕਾਰ ਕਰਾਂਗੇ ਕਿ ਇਹਨਾਂ ਨੇ ਇੱਕ ਤਾਂ ਸਾਡੀ ਗਊ ਮਾਰੀ, ਸਾਡੇ ਧਰਮ ਦੇ ਵਿੱਚ ਬਹੁਤ ਵੱਡਾ ਪਾਪ ਹੈ, ਐਸਾ ਪਾਪ ਸਾਡੇ ਸਾਹਮਣੇ ਕੀਤਾ, ਔਰ ਦੂਜਾ ਆਪਣੇ ਜ਼ੋਰ ਦੇ ਨਾਲ ਧਿੰਗੋਂ ਜ਼ੋਰੀ ਆਪਣਾ ਬੰਦਾ ਸਾਡੇ ਪਾਸੋਂ ਛੁਡਵਾ ਕੇ ਲੈ ਗਏ। ਐਸੀ ਸ਼ਿਕਾਇਤ ਕਰਾਂਗੇ। ਵਧ ਹੈ ਫਸਾਦ ਵਿਸਾਲ ਅਗਾਰੀ। ਫਿਰ ਜਦੋਂ ਅਸੀਂ ਸ਼ਿਕਾਇਤ ਕਰਾਂਗੇ, ਬਾਦਸ਼ਾਹ ਤੁਹਾਡੇ ਤੇ ਕਾਰਵਾਈ ਕਰੇਗਾ ਤਾਂ ਬਹੁਤ ਸਾਰਾ ਝਗੜਾ ਵੱਧ ਜਾਵੇਗਾ। ਇਹੋ ਪਾਤਕ ਨਹਿ ਸਕਹਿ ਸਹਾਰੀ। ਪਰ ਇਹ ਸਮਝ ਲਵੋ ਵੀ ਅਸੀਂ ਇਹ ਮਹਾ ਪਾਪ ਬਰਦਾਸ਼ਤ ਨਹੀਂ ਕਰਨਾ। ਜੇ ਤੁਸੀਂ ਕਹੋ ਵੀ ਗੱਲਾਂ ਨਾਲ ਗੱਲ ਮੁੱਕ ਜਾਏ, ਇਹ ਪਾਪ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਕਠਨ ਬਾਤ ਗੁਰ ਪੁੱਤਰ ਵਿਚਾਰੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ
ਬਾਬਾ ਗੁਰਦਿੱਤਾ ਸਾਹਿਬ ਜੀ ਹੁਣ ਮਨ ਵਿੱਚ ਵਿਚਾਰ ਕਰਦੇ ਵੀ ਇਹ ਗੱਲ ਬੜੀ ਔਖੀ ਬਣ ਗਈ, ਇਹ ਬੜਾ ਔਖਾ ਕੰਮ ਬਣ ਗਿਆ ਵੀ ਨਾ ਤਾਂ ਹੁਣ ਗਊ ਜਿੰਦਾ ਹੋ ਸਕਦੀ ਹੈ ਤੇ ਨਾ ਇਹ ਗਊ ਜਿੰਦਾ ਕੀਤੇ ਬਿਨਾਂ ਸ਼ਿਕਾਰੀ ਨੂੰ ਛੱਡਦੇ ਐ, ਇਹ ਔਖਾ ਕੰਮ ਬਣ ਗਿਆ। ਮਰੀ ਗਊ ਜੇ ਅਬੈ ਜਿਵਾਰ। ਜੇ ਅਸੀਂ ਹੁਣ ਵੇਖੋ ਸਮਰੱਥਾ ਦੀ ਗੱਲ ਨਹੀਂ ਹੈ, ਗੱਲ ਸਿਧਾਂਤ ਦੀ ਹੈ, ਗੱਲ ਗੁਰੂ ਘਰ ਦੀ ਮਰਿਆਦਾ ਦੀ ਹੈ। ਸਮਰੱਥਾ ਰੱਖਦੇ ਨੇ, ਕਹਿੰਦੇ ਜੇ ਅਸੀਂ ਮਰੀ ਹੋਈ ਗਊ ਨੂੰ ਜਿੰਦਾ ਕਰਦੇ ਹਾਂ ਇਹ ਵੀ ਬਾਤ ਨਾ ਆਛੀ ਹੋਏ। ਇਹ ਗੱਲ ਕੋਈ ਚੰਗੀ ਨਹੀਂ ਹੋਏਗੀ। ਜੇ ਅਸੀਂ ਮਰੀ ਗਊ ਨੂੰ ਜਿੰਦਾ ਕਰੀਏ ਤੇ ਕੁਦਰਤ ਦਾ ਨਿਯਮ, ਗੁਰੂ ਨਾਨਕ ਸਾਹਿਬ ਦੇ ਘਰ ਦਾ ਜਿਹੜਾ ਨਿਯਮ ਹੈ ਕਰਾਮਾਤ ਨੂੰ ਅਜਾਰ ਨੂੰ ਜਰਨ ਦਾ, ਕਰਾਮਾਤ ਨਾ ਵਿਖਾਉਣ ਦਾ, ਉਹ ਨਿਯਮ ਟੁੱਟਦਾ ਹੈ, ਗੁਰੂ ਘਰ ਦੀ ਮਰਿਆਦਾ ਨੂੰ ਫਰਕ ਪੈਂਦਾ ਹੈ। ਜੇ ਮਰੀ ਹੋਈ ਗਊ ਨੂੰ ਜਿੰਦਾ ਕਰਦਿਆਂ ਸ਼ਿਕਾਰੀ ਨੂੰ ਛੁਡਵਾਉਣ ਵਾਸਤੇ ਤਾਂ ਇਹ ਗੱਲ ਕੋਈ ਚੰਗੀ ਨਹੀਂ ਹੋਏਗੀ। ਪਿਤਾ ਰਿਸਹਿ ਹੈ ਸੁਨੈ ਜੇ ਸੋਏ। ਗੁਰੂ ਪਿਤਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਇਹ ਸੁਣਨਗੇ ਕਿ ਸਾਡੇ ਸਾਹਿਬਜ਼ਾਦੇ ਨੇ ਆਪਣੇ ਸਾਥੀ ਨੂੰ ਛੁਡਵਾਉਣ ਵਾਸਤੇ ਗੁਰੂ ਘਰ ਦੀ ਦਿੱਤੀ ਹੋਈ ਸ਼ਕਤੀ ਦਾ ਦੁਰਉਪਯੋਗ ਕੀਤਾ, ਗੁਰੂ ਘਰ ਦੇ ਸਿਧਾਂਤ ਤੋਂ ਬਾਹਰ ਜਾ ਕੇ ਕਰਾਮਾਤ ਵਿਖਾਈ, ਇੱਕ ਮਰੀ ਹੋਈ ਗਊ ਨੂੰ ਜਿੰਦਾ ਕੀਤਾ ਹੈ, ਜਦੋਂ ਸਤਿਗੁਰੂ ਜੀ ਨੂੰ ਇਹ ਬਚਨ ਪਤਾ ਲੱਗੇਗਾ ਤੇ ਉਹ ਬਹੁਤ ਵੀਰ ਰਸ ਕਰਨਗੇ, ਉਹ ਸਾਡੇ ਉੱਤੇ ਨਾਰਾਜ਼ ਹੋਣਗੇ। ਕਸ਼ਟ ਅਨੇਕ ਦੇਹ ਪਰ ਝਾਲੈ। ਤੇ ਕੁਝ ਇਸ ਤਰ੍ਹਾਂ ਦਾ ਨਾ ਹੋਵੇ ਕਿ ਸਤਿਗੁਰੂ ਜੀ ਕੁਝ ਇਸ ਤਰ੍ਹਾਂ ਦਾ ਬਚਨ ਕਰ ਦੇਣ ਜਿਹੜਾ ਮੰਨਣਾ ਜਾਂ ਝੱਲਣਾ ਸਾਡੇ ਵਾਸਤੇ ਕਠਿਨ ਹੋ ਜਾਏ। ਅਜਮਤ ਨਹੀਂ ਜਨਾਏ ਬਿਸਾਲੈ। ਗੁਰੂ ਘਰ ਦੀ ਮਰਿਆਦਾ ਇਹ ਹੈ ਕਿ ਅਜਮਤ ਨਹੀਂ ਜਨਾਈ ਜਾਂਦੀ, ਸ਼ਕਤੀਆਂ ਨਹੀਂ ਵਿਖਾਈਆਂ ਜਾਂਦੀਆਂ। ਗੁਰੂ ਘਰ ਦੇ ਅੰਦਰ ਇੱਕ ਤੋਂ ਇੱਕ ਸਮਰੱਥਾਵਾਨ ਮਹਾਤਮਾ ਹੋਏ ਨੇ ਸੰਗਤ ਜੀ। ਜੇ ਅਜ਼ਮਤ ਸ਼ਬਦ ਦੀ ਗੁਰੂ ਘਰ ਦੇ ਸਿਧਾਂਤ ਦੀ ਛਾਂ ਹੇਠ ਕਥਾ ਕਰਨ ਲੱਗੀਏ ਤੇ ਬਹੁਤ ਲੰਮਾ ਸਮਾਂ ਚਾਹੀਦਾ। ਮੈਂ ਜਿਹੜੇ ਦਿਨ ਚੱਲ ਰਹੇ ਨੇ ਉਹਨਾਂ ਦਿਨਾਂ ਦੇ ਸੰਬੰਧ ਵਿੱਚ ਕੁਝ ਕੁ ਬੇਨਤੀਆਂ ਇਸ ਸ਼ਬਦ ਨਾਲ ਜੋੜ ਕੇ ਪ੍ਰਕਰਣ ਦੇ ਅੰਦਰ ਰਹਿ ਕੇ ਫਿਰ ਗੁਰ ਇਤਿਹਾਸ ਵੱਲ ਵਾਪਸ ਪਰਤਣ ਦਾ ਯਤਨ ਕਰਾਂ। ਅੱਜ 5 ਜੂਨ ਦਾ ਦਿਹਾੜਾ, 1 ਜੂਨ ਤੋਂ ਲੈ ਕੇ 6 ਜੂਨ ਤੱਕ, 8 ਜੂਨ ਤੱਕ 1984 ਦੇ ਅੰਦਰ ਇਸ ਦੇਸ਼ ਦੀ ਸਰਕਾਰ ਵੱਲੋਂ, ਇਸ ਦੇਸ਼ ਦੀ ਜ਼ਾਲਮ ਹਕੂਮਤ ਵੱਲੋਂ ਸਾਡੀ ਕੌਮ ਨੂੰ ਨੀਵਾਂ ਵਿਖਾਉਣ ਵਾਸਤੇ, ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਸਾਡੇ ਸਭ ਤੋਂ ਅਤਿਅੰਤ ਪਵਿੱਤਰ ਧਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਤੋਪਾਂ ਤੇ ਟੈਂਕਾਂ ਦੇ ਨਾਲ ਹਮਲਾ ਕੀਤਾ ਗਿਆ, ਜਿੱਥੇ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਮਰਦੇ ਮੁਜਾਹਿਦ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਮੁੱਠੀ ਭਰ ਸਿੰਘਾਂ ਦੇ ਨਾਲ ਉੱਥੇ ਮੋਰਚਾ ਲਾ ਕੇ ਬੈਠੇ। ਉਹਨਾਂ ਨੇ ਉਸ ਘਰ ਦੀ, ਆਪਣੇ ਇਸ਼ਟ ਦੇ ਸਥਾਨ ਦੀ ਪਵਿੱਤਰਤਾ ਦੀ ਰਾਖੀ ਵਾਸਤੇ ਆਪਣੇ ਲਹੂ ਦਾ ਆਖਰੀ ਕਤਰਾ ਤੱਕ ਵਹਾ ਦਿੱਤਾ। ਜਿੰਨਾ ਚਿਰ ਸਰੀਰ 'ਚ ਖੂਨ ਰਿਹਾ, ਜਿੰਨਾ ਚਿਰ ਸਰੀਰ 'ਚ ਸਾਹ ਰਹੇ, ਉਦੋਂ ਤੱਕ ਉਹ ਉਸ ਸਥਾਨ ਦੀ ਪਵਿੱਤਰਤਾ ਵਾਸਤੇ, ਉਸ ਸਥਾਨ ਦੀ ਆਨ ਬਾਨ ਸ਼ਾਨ ਵਾਸਤੇ ਯੁੱਧ ਕਰਦੇ ਰਹੇ। ਔਰ ਜੋ ਬਾਅਦ ਵਿੱਚ ਪ੍ਰਾਪੇ ਗੰਡਾ ਕੀਤਾ ਗਿਆ, ਉਹਦੇ ਵਿੱਚੋਂ ਇੱਕ ਇਹ ਗੱਲ ਵੀ ਵਾਰ-ਵਾਰ ਕਹੀ ਜਾਂਦੀ ਰਹੀ ਕਿ ਜੇ ਸੰਤ ਬਾਬਾ ਜਰਨੈਲ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਹਦੂਦ ਅੰਦਰ ਜਾ ਕੇ ਨਾ ਬਹਿੰਦੇ ਤਾਂ ਹੋ ਸਕਦਾ ਕਿ ਸਰਕਾਰ ਉੱਥੇ ਹਮਲਾ ਨਾ ਕਰਦੀ। ਇਸ ਇਲਾਕੇ ਦੇ ਪੁਰਾਣੇ ਬਜ਼ੁਰਗ ਜਿਨ੍ਹਾਂ ਨੇ ਉਹ ਸਮਾਂ ਆਪਣੀਆਂ ਅੱਖਾਂ ਨਾਲ ਵੇਖਿਆ, ਉਹ ਜਾਣਦੇ ਨੇ। ਜਿਸ ਅਸਥਾਨ 'ਤੇ ਅੱਜ ਤੁਸੀਂ ਬਿਰਾਜਮਾਨ ਹੋ, ਇਸ ਅਸਥਾਨ ਦੇ ਉੱਤੇ ਵੀ ਤੋਪਾਂ ਦੇ ਸਮੇਤ ਘੇਰਾਬੰਦੀਆਂ ਕਰਕੇ ਹਮਲਾ ਕੀਤਾ ਗਿਆ ਔਰ ਇਸ ਅਸਥਾਨ ਦੇ ਉੱਤੇ ਵੀ ਗੋਲਾ ਬਰੂਦ ਦਾਗਿਆ ਗਿਆ। ਇਸ ਅਸਥਾਨ ਦੇ ਉੱਤੇ ਵੀ ਗੁਰੂ ਕੇ ਸੂਰਮੇ ਸਿੱਖਾਂ ਨੇ ਜਿਤਨਾ ਹੋ ਸਕਦਾ ਸੀ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੁਝ ਵਿਦਿਆਰਥੀ ਸਿੰਘਾਂ ਨੇ ਸਤਿਗੁਰੂ ਕਲਗੀਧਰ ਦੇ ਚਰਨਾਂ ਦਾ ਆਸਰਾ ਲੈ ਕੇ ਜ਼ਾਲਮ ਹਕੂਮਤ ਦੁਆਰਾ ਭੇਜੀ ਹੋਈ ਫੌਜ ਦਾ ਮੁਕਾਬਲਾ ਕੀਤਾ। ਜਿਸ ਜਰਨੈਲ ਦੀ ਪ੍ਰੇਰਣਾ ਦਾ ਸਦਕਾ ਏਡਾ ਵੱਡਾ ਯੁੱਧ ਲੜਿਆ ਗਿਆ, ਜਿਸ ਜਰਨੈਲ ਦੀ ਅਗਵਾਈ ਦੇ ਅੰਦਰ ਏਡਾ ਵੱਡਾ ਸਾਧ ਸੰਗਤ ਜੀ ਮਹਾਨ ਵਰਤਾਰਾ, ਇਤਿਹਾਸਕ ਵਰਤਾਰਾ ਵਰਤਿਆ, ਉਹ ਗੁਰੂ ਕਾ ਸਿੱਖ, ਉਹ ਮਹਾਨ ਜਰਨੈਲ ਸ੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਕੋਈ ਆਮ ਸਧਾਰਨ ਮਨੁੱਖ ਨਹੀਂ ਸੀ, ਕੋਈ ਸਧਾਰਨ ਸਿੱਖ ਨਹੀਂ ਸੀ। ਗੁਰੂ ਘਰ ਦੇ ਅੰਦਰ ਅਜ਼ਮਤ ਹੈ,
ਪਰ ਅਜ਼ਮਤ ਦੇ ਉੱਤੇ ਗੁਰੂ ਕਾ ਸਿਧਾਂਤ ਹੈ ਕਿ ਅਜਰ ਜਰ ਕੇ ਵਿਖਾਓ। ਪੱਤਰਕਾਰ ਦਲਬੀਰ ਸਿੰਘ 29 ਮਈ ਦੀ ਸ਼ਾਮ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖਾਂ ਕੋਲ ਜਾਂਦਾ ਹੈ। ਜਾ ਕੇ ਸਵਾਲ ਕੀਤਾ, ਮਹਾਂਪੁਰਖੋ ਮੈਂ ਸੁਣਿਆ ਦਿੱਲੀ ਤੋਂ ਫੌਜ ਤੁਰ ਪਈ ਹੈ, ਪੰਜਾਬ ਵਿੱਚ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ, ਪੰਜਾਬ ਦੀਆਂ ਰੇਲ ਸੇਵਾਵਾਂ ਹਵਾਈ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ, ਇੱਥੋਂ ਤੱਕ ਕਿ ਅੰਤਰਰਾਸ਼ਟਰੀ ਕਾਲ ਜਿਹੜੀ ਹੈ ਫੋਨ ਟੈਲੀਫੋਨ ਵੀ ਕੱਟ ਦਿੱਤੇ ਗਏ ਨੇ, ਡਾਕ ਸੇਵਾ ਤੱਕ ਬੰਦ ਕਰ ਦਿੱਤੀ ਗਈ ਹੈ। ਇੱਕ ਪਾਸੇ ਹਿੰਦੁਸਤਾਨ ਦੀ ਏਡੀ ਵੱਡੀ ਤਾਕਤ ਹੈ ਜਿਹਦੇ ਮਗਰ ਰੂਸ ਵਰਗੇ ਵੱਡੇ ਦੇਸ਼ ਖਲੋਤੇ ਨੇ, ਨਾਸਤਕ ਤਾਕਤਾਂ ਪੂਰੀ ਦੁਨੀਆ ਦੀਆਂ ਹਿੰਦੁਸਤਾਨ ਦੇ ਕੋਲ ਆ ਕੇ ਪੱਬਾਂ ਭਾਰ ਹੋ ਗਈਆਂ ਨੇ ਕਿ ਜਿਵੇਂ ਕਿਵੇਂ ਇਸ ਧਰਮ ਦੇ ਨਾਮ 'ਤੇ ਉੱਭਰਦੀ ਹੋਈ ਤਾਕਤ ਨੂੰ ਰੋਕਿਆ ਤੇ ਦਬਾਇਆ ਜਾਵੇ। ਰੂਸ ਵਰਗੇ ਦੇਸ਼ਾਂ ਨੇ ਹੱਲਾਸ਼ੇਰੀ ਦੇ ਕੇ ਹਿੰਦੁਸਤਾਨ ਦੀ ਹਕੂਮਤ ਨੂੰ ਤੁਹਾਡੇ ਉੱਤੇ ਹਮਲਾ ਕਰਨ ਵਾਸਤੇ ਪ੍ਰੋਤਸ਼ਾਹਿਤ ਕੀਤਾ ਔਰ ਇਕੱਲਾ ਪ੍ਰੋਤਸਾਹਨ ਨਹੀਂ ਦਿੱਤਾ, ਜੋ ਵੀ ਹਥਿਆਰਬੰਦ ਮਦਦ ਉਹਨਾਂ ਨੂੰ ਚਾਹੀਦੀ ਹੈ ਉਹ ਪ੍ਰੋਵਾਈਡ ਕਰਵਾਈ ਜਾ ਰਹੀ ਹੈ। ਇਹ ਸਾਡੇ ਕੋਲ ਖਬਰਾਂ ਆਈਆਂ ਨੇ। ਔਰ ਇਸ ਹਿੰਦੁਸਤਾਨ ਦੀ ਫੌਜ ਦੁਨੀਆ ਦੇ ਵਿੱਚੋਂ 5ਵੀਂ ਸਭ ਤੋਂ ਵੱਧ ਤਾਕਤਵਰ ਫੌਜ ਹੈ। ਉਹ ਫੌਜ ਤੋਪਾਂ ਤੇ ਟੈਂਕਾਂ ਦੇ ਨਾਲ, ਹੈਲੀਕਾਪਟਰਾਂ ਤੇ ਹਵਾਈ ਜਹਾਜ਼ਾਂ ਦੇ ਨਾਲ ਲੈਸ ਹੋ ਕੇ, ਅਤ ਆਧੁਨਿਕ ਹਥਿਆਰਾਂ ਦੇ ਨਾਲ ਲੈਸ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ 'ਤੇ ਹਮਲਾ ਕਰਨ ਆ ਰਹੀ ਹੈ। ਤੁਹਾਡੇ ਆਮ ਘਰਾਂ ਦੇ ਵਿੱਚੋਂ ਉੱਠੇ ਹੋਏ ਸਿੰਘ, ਦਮਦਮੀ ਟਕਸਾਲ ਵਿੱਚ ਰਹਿ ਕੇ ਕਥਾ ਪੜ੍ਹਨ ਵਾਲੇ, ਭਜਨ ਕਰਨ ਵਾਲੇ, ਅਖੰਡ ਕੀਰਤਨੀ ਜਥੇ ਵਿੱਚ ਰਹਿ ਕੇ ਸਾਰੀ ਰਾਤ ਰਹਿਣ ਸਬਾਈ ਕੀਰਤਨਾਂ ਵਿੱਚ ਤਬਲਾ ਤੇ ਹਾਰਮੋਨੀਅਮ ਵਜਾਉਣ ਵਾਲੇ, ਕਾਰ ਸੇਵਾ ਅੰਦਰ ਇੱਟਾਂ ਢੋਣ ਵਾਲੇ, ਸੀਮਿੰਟ ਢੋਣ ਵਾਲੇ, ਔਰ ਹਜੂਰ ਸਾਹਿਬ ਦੀ ਧਰਤੀ 'ਤੇ ਰਹਿ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤਖਤ ਦੀਆਂ ਪਰਿਕਰਮਾ ਕਰਨ ਵਾਲੇ ਸਿੰਘ ਤੁਹਾਡੇ ਦੁਆਲੇ ਬੈਠੇ ਨੇ। ਕਿੱਥੇ ਇੱਕ ਪਾਸੇ ਹਿੰਦੁਸਤਾਨ ਦੀ ਏਡੀ ਵੱਡੀ ਫੌਜ, ਇੰਨਾ ਵੱਡਾ ਉਹਨਾਂ ਦਾ ਸਾਜੋ ਸਮਾਨ, ਕਿੱਥੇ ਤੁਹਾਡੇ ਕੋਲ ਦੇਸੀ ਰਫਲਾਂ ਚਲਾਉਣ ਵਾਲੇ ਜੱਟ ਬੂਟ ਆਦਮੀ ਤੇ ਸਾਦਾ ਗਰੀਬ ਘਰਾਂ ਵਿੱਚੋਂ ਉੱਠ ਕੇ ਆਏ ਹੋਏ ਇਕੱਲੀ ਭਾਵਨਾ ਤੇ ਜਜ਼ਬਾ ਰੱਖਣ ਵਾਲੇ ਸਿੱਖ ਕਾਹਦੇ ਆਸਰੇ ਏਡਾ ਵੱਡਾ ਮੱਥਾ ਲਾ ਲਿਆ। ਤੇ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਨੇ 2 ਮਿੰਟ ਦਾ ਮੌਨ ਧਾਰਿਆ। ਮੌਨ ਧਾਰਨ ਤੋਂ ਬਾਅਦ ਮਹਾਂਪੁਰਖਾਂ ਨੇ ਪੱਤਰਕਾਰ ਦੇ ਮੁਖ ਵੱਲ ਵੇਖਿਆ, ਕਹਿਣ ਲੱਗੇ, ਦਲਬੀਰ ਸਿਆਂ, ਕਲਗੀਧਰ ਦੇ ਪੁੱਤਰ ਹਾਂ ਤੇ ਮੈਂ ਸਤਿਗੁਰੂ ਦੇ ਘਰ ਵਿੱਚ ਬਹਿ ਕੇ ਬੜੇ ਦਾਅਵੇ ਦੇ ਨਾਲ ਇਹ ਗੱਲ ਕਹਿਣਾ, ਕਿਉਂਕਿ ਹੁਣ ਮੇਰੇ ਪਿਓ ਦੀ ਇੱਜ਼ਤ ਦਾ ਸਵਾਲ ਹੈ। ਕਲਗੀਧਰ ਨੇ ਤਾਕਤ ਤਾਂ ਇੰਨੀ ਦਿੱਤੀ ਹੈ ਵੀ ਜੇ ਇੱਥੇ ਬੈਠਾ ਪੈਰ ਦਾ ਅੰਗੂਠਾ ਲਾ ਦਿਆਂ ਤੇ ਦਿੱਲੀ ਦਾ ਤਖਤ ਮੂਧਾ ਮਾਰ ਦਿਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਤਾਕਤ ਦੀ ਕਮੀ ਨਹੀਂ ਹੈ, ਅਜ਼ਮਤ ਦੀ ਕਮੀ ਨਹੀਂ ਹੈ ਮੇਰੇ ਰੱਬ ਦੇ ਘਰ ਅੰਦਰ, ਪਰ ਜੇ ਮੈਂ ਤਾਕਤ ਵਰਤੀ, ਜੇ ਮੈਂ ਕਰਾਮਾਤ ਵਰਤ ਗਿਆ ਤੇ ਇਹ ਮੈਨੂੰ ਉਲਾਮਾ ਦੇਣਗੇ ਵੀ ਸਾਧ ਕਰਾਮਾਤੀ ਨਿਕਲਿਆ, ਕਰਾਮਾਤ ਦੇ ਸਿਰ ਤੇ ਸਾਡੇ ਤੋਂ ਜਿੱਤਿਆ। ਮੈਂ ਇਹਨਾਂ ਨੂੰ ਹੱਥੋਂ ਹੱਥੀ ਲੜ ਕੇ ਦੁਨੀਆ ਸਾਹਮਣੇ ਝੂਠਾ ਕਰਕੇ ਜਾਵਾਂਗਾ। ਤੇ ਸੂਰਬੀਰ ਬਚਨ ਕੇ ਬਲੀ ਨੇ ਯੁੱਧ ਲੜਿਆ, ਹੱਥੀਂ ਯੁੱਧ ਲੜਿਆ ਤੇ ਆਪ ਸ਼ਹਾਦਤ ਪ੍ਰਾਪਤ ਕਰਕੇ ਹੱਥੀਂ ਯੁੱਧ ਲੜ ਕੇ ਇਸ ਹਿੰਦੁਸਤਾਨ ਦੀ ਹਕੂਮਤ ਨੂੰ ਆਉਣ ਵਾਲੇ ਸਮੇਂ ਵਾਸਤੇ ਪੱਕੇ ਤੌਰ 'ਤੇ ਇਹ ਕਲੰਕ ਦੇ ਗਏ ਕਿ ਜਿਹੜਾ ਦੇਸ਼ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਤੇ ਸਭ ਤੋਂ ਪੁਰਾਣਾ ਲੋਕਤੰਤਰ ਅਖਵਾਉਣ ਦਾ ਦਾਅਵਾ ਕਰਦਾ ਸੀ, ਉਹਨੇ ਆਪਣੇ ਹੀ ਦੇਸ਼ ਦੇ ਬਸਿੰਦਿਆਂ ਉੱਤੇ ਕੁਝ ਵਿਸ਼ੇਸ਼ ਹੱਕ ਮੰਗਣ ਕਾਰਨ ਏਡਾ ਵੱਡਾ ਹਮਲਾ ਕੀਤਾ ਜਿਸ ਦਾ ਦਾਗ ਆਉਣ ਵਾਲੇ ਸਮਿਆਂ 'ਚ ਕਦੀ ਉਤਾਰਿਆ ਨਹੀਂ ਜਾ ਸਕਦਾ। ਗੁਰੂ ਘਰ ਦੇ ਅੰਦਰ ਅਜ਼ਮਤ ਦੀ ਕਮੀ ਨਹੀਂ। ਇੱਕ ਛੋਟਾ ਜਿਹਾ ਬਚਨ ਮੈਂ ਹੋਰ ਸੁਣਾ ਕੇ ਫਿਰ ਕਥਾ ਵੱਲ ਪਰਤਾਵਾਂ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ 1984 ਦੀ ਜਨਵਰੀ ਮਹੀਨੇ ਦੀ ਗੱਲ ਹੈ, ਸਿਆਲ ਦੇ ਦਿਨ ਸਨ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੰਗਰ ਹਾਲ ਦੀ ਛੱਤ ਦੇ ਉੱਤੇ ਮਹਾਂਪੁਰਖ ਬੈਠੇ ਹੋਏ। ਇੱਕ ਸਨਾਤਨ ਮਤੀਆ ਸਾਧੂ, ਸੰਨਿਆਸੀ ਤੇ ਯੋਗ ਦਾ ਧਾਰਨੀ, ਉਹ ਬੜੀ ਦੂਰ ਤੋਂ ਚੱਲ ਕੇ ਪੰਜਾਬ ਦੀ ਧਰਤੀ ਤੇ ਆਇਆ, ਮਹਾਂਪੁਰਖਾਂ ਦੇ ਦਰਸ਼ਨ ਕੀਤੇ। ਉਹਨੂੰ ਆਪਣੇ ਯੋਗ ਅਭਿਆਸ ਦਾ ਬੜਾ ਮਾਣ ਸੀ। ਉਹ ਆ ਕੇ ਕਹਿਣ ਲੱਗਾ, ਬਾਬਾ ਜੀ ਮੈਂ ਸੁਣਿਆ ਹੈ ਵੀ ਸਿੱਖਾਂ ਕੋਲ ਵੀ ਬੜੀ ਤਾਕਤ ਹੁੰਦੀ, ਪਰ ਮੈਂ ਅੱਜ ਤੱਕ ਕੋਈ ਤਾਕਤਵਰ ਸਿੱਖ ਵੇਖਿਆ ਨਹੀਂ। ਮੈਂ ਸੁਣਿਆ ਵੀ ਸਿੱਖ ਤੁਹਾਨੂੰ ਬੜਾ ਵੱਡਾ ਸੰਤ ਮੰਨਦੇ ਨੇ, ਬੜਾ ਤਾਕਤ ਵਾਲਾ ਮੰਨਦੇ ਨੇ, ਪਰ ਮੈਂ ਤੁਹਾਡੇ ਮੂੰਹ 'ਤੇ ਬਹਿ ਕੇ ਸੱਚ ਕਹਿਣਾ ਵੀ ਮੈਨੂੰ ਤੁਹਾਡੇ ਵਿੱਚੋਂ ਕੋਈ ਤਾਕਤ ਦਿਸੀ ਨਹੀਂ। ਤੁਸੀਂ ਮੇਰੇ ਨਾਲ ਜੁੜੋ, ਮੈਂ ਤੁਹਾਨੂੰ ਯੋਗ ਅਭਿਆਸ ਦੀ ਇਹੋ ਜਿਹੀ ਜੁਗਤੀ ਦੱਸਾਂਗਾ। ਅੱਜ ਮੇਰੇ ਕੋਲ ਮੇਰੇ ਯੋਗ ਅਭਿਆਸ ਕਰਕੇ ਇੰਨੀ ਤਾਕਤ ਹੈ ਵੀ ਜੇ ਤੁਸੀਂ ਕਹੋ ਨਾ
ਤੇ ਮੈਂ ਤੁਹਾਨੂੰ ਹਵਾ ਵਿੱਚ ਉੱਡ ਕੇ ਇਸ ਸੱਚਖੰਡ ਹਰਿਮੰਦਰ ਸਾਹਿਬ ਦੇ ਸਰੋਵਰ ਦੀ, ਅੰਮ੍ਰਿਤਸਰ ਸਰੋਵਰ ਦੀ ਪਰਿਕਰਮਾ ਕਰਕੇ ਵਿਖਾ ਦਿਆਂਗਾ। ਤੇ ਮਹਾਂਪੁਰਖ ਗੱਲ ਸੁਣ ਕੇ ਹੱਸ ਪੈ, ਕਹਿਣ ਲੱਗੇ ਜੋਗੀਆ ਹਵਾ 'ਚ ਤੇ ਲਿਫਾਫੇ ਵੀ ਉੱਡੇ ਫਿਰਦੇ ਨੇ, ਯੋਗ ਅਭਿਆਸ ਇਹਨਾਂ ਕੰਮਾਂ ਨੂੰ ਨਹੀਂ ਹੁੰਦਾ, ਯੋਗ ਅਭਿਆਸ ਹੁੰਦਾ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ। ਉਹਨੇ ਗੱਲ ਨਾ ਮੰਨੀ, ਦੁਬਾਰਾ ਫਿਰ ਕਹਿਣ ਲੱਗਾ ਨਹੀਂ ਮਹਾਂਪੁਰਖੋ, ਯੋਗ ਅਭਿਆਸ ਜਿਹੜਾ ਨਾ ਇਹ ਨਿਆਣਿਆਂ ਦੀ ਖੇਡ ਨਹੀਂ। ਤੁਸੀਂ ਆਪਣਾ ਸਰੀਰ ਲੈ ਕੇ ਹਵਾ 'ਚ ਉੱਡ ਸਕਦੇ ਹੋ। ਜੇ ਤੁਸੀਂ ਗੁਰੂ ਕੇ ਨਾਮ ਨੂੰ ਕਮਾਇਆ, ਗੁਰੂ ਕੀ ਬਾਣੀ ਨੂੰ ਕਮਾਇਆ ਹੈ, ਤੇ ਤੁਹਾਡੇ 'ਚ ਇੰਨੀ ਕੁ ਤਾਕਤ ਤਾਂ ਹੋਣੀ ਚਾਹੀਦੀ। ਜਦੋਂ ਉਹਨੇ ਗੁਰੂ ਕੀ ਬਾਣੀ ਦੀ ਗੱਲ ਕੀਤੀ ਨਾ, ਤੇ ਮਹਾਂਪੁਰਖ ਰੋਗ 'ਚ ਆ ਕੇ ਕਹਿਣ ਲੱਗੇ ਜੋਗੀਆ ਜਿੰਨਾ ਚਿਰ ਗੱਲ ਮੇਰੇ ਤੱਕ ਰਹਿੰਦੀ ਨਾ ਮੈਂ ਜਰ ਜਾਂਦਾ, ਜੇ ਗੱਲ ਮੇਰੇ ਗੁਰੂ ਦੇ ਸ਼ਬਦ 'ਤੇ ਆ ਗਈ ਨਾ, ਤੂੰ ਉੱਡ ਕੇ ਇੱਕ ਚੱਕਰ ਲਾ ਕੇ ਵਿਖਾ, ਮੈਂ ਤੈਨੂੰ ਖੜਿਆਂ ਖੜੋਤਿਆਂ 3 ਲਾ ਕੇ ਵਿਖਾ ਦਿਆਂਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਘਰ ਅੰਦਰ ਅਜ਼ਮਤ ਦੀ ਕਮੀ ਨਹੀਂ ਸੰਗਤ ਜੀ, ਪਰ ਇਸ ਘਰ ਦਾ ਸਿਧਾਂਤ ਹੈ ਅਜਰ ਜਰਨ ਮੈਂ ਧੀਰ ਮਹਾਨੇ। ਸਿੱਖ ਵੱਡਾ ਉਹ ਹੈ, ਮਹਾਨ ਉਹ ਹੈ ਜਿਹੜਾ ਅਜਰ ਨੂੰ ਜਰ ਜਾਏ, ਜਿਹੜਾ ਗੁਰੂ ਘਰ ਦੀ ਦਿੱਤੀ ਹੋਈ ਤਾਕਤ ਨੂੰ, ਗੁਰੂ ਕੀ ਦਿੱਤੀ ਹੋਈ ਸ਼ਕਤੀ ਨੂੰ ਆਪਣੇ ਅੰਦਰ ਸਹਿ ਜਾਏ। ਇਹ ਅਜਰ ਜਰਨ ਵਾਲੇ ਸਿੱਖ ਗੁਰੂ ਘਰ ਦੇ ਅੰਦਰ ਮਹਾਨ ਪ੍ਰਮਾਣਿਕ ਹੁੰਦੇ ਆ। ਬਾਬਾ ਗੁਰਦਿੱਤਾ ਸਾਹਿਬ ਜੀ ਇੱਥੇ ਸੰਗਤ ਦੇ ਵਿੱਚ ਖਲੋਤੇ, ਪਹਾੜੀਆਂ ਦੇ ਰੌਲੇ ਗੋਲੇ ਵਿੱਚ ਖਲੋਤੇ, ਅਜੀਬ ਕਸ਼ਮਕਸ਼ ਦੇ ਵਿੱਚ ਨੇ, ਸੋਚਦੇ ਨੇ ਜੇ ਇੱਕ ਪਾਸੇ ਮੋਈ ਹੋਈ ਗਊ ਜਿੰਦਾ ਨਾ ਕੀਤੀ ਗਈ ਤਾਂ ਸਾਡਾ ਸਾਥੀ ਮੀਰ ਸ਼ਿਕਾਰੀ ਉਹ ਇਹਨਾਂ ਦੀ ਹਿੰਸਾ ਦਾ, ਇਹਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਜਾਏਗਾ। ਪਰ ਜੇ ਇਹਨੂੰ ਬਚਾਉਣਾ ਹੈ ਤਾਂ ਫਿਰ ਗਊ ਜਿੰਦਾ ਕਰਨੀ ਪੈਂਦੀ ਹੈ। ਜੇ ਗਊ ਜਿੰਦਾ ਕੀਤੀ ਜਾਏ ਤਾਂ ਗੁਰੂ ਘਰ ਦੇ ਸਿਧਾਂਤ ਨੂੰ ਵੱਟਾ ਲੱਗਦਾ ਹੈ। ਗੁਰੂ ਪਿਤਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਗਰੀਬ ਨਵਾਜ ਜੀ ਉਹ ਸਾਡੇ ਉੱਤੇ ਨਾਰਾਜ਼ ਹੋ ਜਾਣਗੇ। ਇਹੋ ਮਤ ਹੈ ਗੁਰ ਘਰ ਕੋ ਸਦਾ। ਗੁਰੂ ਘਰ ਦਾ ਤਾਂ ਇਹੀ ਮਤ ਹੈ ਵੀ ਕਦੇ ਕਰਾਮਾਤ ਜ਼ਾਹਰ ਨਾ ਕੀਤੀ ਜਾਏ, ਕਦੇ ਕਰਾਮਾਤ ਨਾ ਵਿਖਾਈ ਜਾਏ। ਜਰ ਹੈ ਅਜਰ ਬਿਦਤਾਈ ਨਾ ਕਦਾ। ਅਜਰ ਨੂੰ ਜਰ ਲੈਣਾ ਇਹ ਗੁਰੂ ਘਰ ਦਾ ਸਿਧਾਂਤ ਹੈ। ਜੇ ਅਜਰ ਨੂੰ ਨਾ ਜਰਿਆ ਤਾਂ ਗੁਰੂ ਪਿਤਾ ਜੀ ਨੂੰ ਜਾ ਕੇ ਕੀ ਮੂੰਹ ਵਿਖਾਵਾਂਗੇ। ਕਰਾਮਾਤ ਨਹਿ ਆਪ ਲਗਾਵੈ। ਦੁਬਾਰਾ ਪੜ੍ਹੋ। ਕਰਾਮਾਤ ਨਹਿ ਆਪ ਲਗਾਵੈ। ਕਰਾਮਾਤ ਜਿਹੜੀ ਹੈ ਨਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਕਰਾਮਾਤ ਕਹਿਰ ਹੈ। ਆਪਣੇ ਆਪ ਕਦੇ ਕਰਾਮਾਤ ਨਹੀਂ ਵਿਖਾਈ ਜਾਂਦੀ। ਗੁਰੂ ਘਰ ਦਾ ਸਿਧਾਂਤ ਹੈ ਕਰ ਹੈ ਰਾਮ ਹੋਏ ਹੈ ਸੋਏ, ਮੇਰਾ ਕੀਆ ਕਛੂ ਨਾ ਹੋਏ। ਸਾਰੀਆਂ ਸ਼ਕਤੀਆਂ ਦੇ ਮਾਲਕ ਹੋਣ ਦੇ ਬਾਵਜੂਦ ਵੀ ਕਰਾਮਾਤ ਨੂੰ ਆਪਣੇ ਸਿਰ 'ਤੇ ਨਾ ਲੈਣਾ, ਇਹ ਗੁਰਸਿੱਖੀ ਜੀਵਨ ਦੇ ਅੰਦਰ ਪਰਖ ਦਾ ਇੱਕ ਸਿਧਾਂਤ ਹੈ। ਪਰਖ ਦੀ ਇੱਕ ਮਹਾਰਾਜ ਸੱਚੇ ਪਾਤਸ਼ਾਹ ਨੇ ਲਕੀਰ ਖਿੱਚੀ ਹੈ। ਸ਼ਕਤੀ ਹੋਵੇ, ਸ਼ਕਤੀ ਕਿਸੇ ਦੇ ਪਰਉਪਕਾਰ ਹਿਤ ਵਰਤ ਵੀ ਲਈ ਜਾਵੇ ਤਾਂ ਵੀ ਆਪਣਾ ਆਪ ਜ਼ਾਹਿਰ ਨਹੀਂ ਕਰਨਾ, ਆਪਣੇ ਆਪ ਦੇ ਸਿਰ ਤੇ ਕਰਾਮਾਤ ਦਾ ਤਾਜ ਨਹੀਂ ਰਖਾਉਣਾ। ਜਿਸ ਵੇਲੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਗਰੀਬ ਨਵਾਜ ਬਹਾਦਰ ਸ਼ਾਹ ਦੇ ਸੱਦੇ ਤੇ ਆਗਰੇ ਗਏ, ਯੁੱਧ ਹੋਇਆ, ਸਤਿਗੁਰੂ ਨੇ ਮਦਦ ਕੀਤੀ, ਬਹਾਦਰ ਸ਼ਾਹ ਬਾਦਸ਼ਾਹ ਨੂੰ ਹਿੰਦੁਸਤਾਨ ਦਾ ਤਾਜ ਪਹਿਨਣਾ ਨਸੀਬ ਹੋਇਆ। ਜਿਸ ਦਿਨ ਬਹਾਦਰ ਸ਼ਾਹ ਨੇ ਮਸਨਦ ਨਸ਼ੀਂ ਹੋਣਾ ਸੀ, ਜਿਸ ਦਿਨ ਤਖਤ ਦੇ ਉੱਤੇ ਬੈਠਣਾ ਸੀ, ਜਿਸ ਦਿਨ ਉਹਦੀ ਤਾਜਪੋਸ਼ੀ ਹੋਣੀ ਸੀ, ਉਹਨੇ ਸਤਿਗੁਰੂ ਜੀ ਨੂੰ ਦਰਬਾਰ ਅੰਦਰ ਸੱਦਾ ਦਿੱਤਾ, ਮਹਾਰਾਜ ਦਰਬਾਰ 'ਚ ਆ ਕੇ ਦਰਸ਼ਨ ਦਿਓ। ਕਲਗੀਧਰ ਪਾਤਸ਼ਾਹ ਜੀ ਘੋੜੇ ਸਮੇਤ, ਘੋੜੇ ਚੜ੍ਹੇ ਚੜ੍ਹਾਏ ਬਹਾਦਰ ਸ਼ਾਹ ਬਾਦਸ਼ਾਹ ਦੇ ਦਰਬਾਰ ਵਿੱਚ ਗਏ। ਈਰਖਾਵਾਦੀ ਮੁਸਲਮਾਨਾਂ ਨੇ, ਸੂਫੀਆਂ ਨੇ, ਫਕੀਰਾਂ ਨੇ, ਅਗਾਂਹ ਹੋ ਕੇ ਕਾਜ਼ੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਰਖ ਲੈਣ ਵਾਸਤੇ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਮਨ ਵਿੱਚ ਆਈ ਹੋਈ ਈਰਖਾ ਨੂੰ ਜ਼ਾਹਰ ਕਰਨ ਵਾਸਤੇ ਇੱਕ ਸਵਾਲ ਕੀਤਾ। ਕਹਿਣ ਲੱਗੇ ਜੇ ਤੁਸੀਂ ਜ਼ਾਹਰ ਪੀਰ ਹੋ, ਜੇ ਤੁਸੀਂ ਮੁਰਸ਼ਿਦੇ ਕਾਮਲ ਹੋ ਤਾਂ ਅਜ਼ਮਤ ਵਿਖਾਓ, ਕਰਾਮਾਤ ਵਿਖਾਓ। ਕਲਗੀਧਰ ਪਾਤਸ਼ਾਹ ਨੇ ਬਹਾਦਰ ਸ਼ਾਹ ਬਾਦਸ਼ਾਹ ਵੱਲ ਹੱਥ ਕੀਤਾ, ਕਹਿਣ ਲੱਗੇ ਦੁਨੀਆ ਵਿੱਚ ਇਸ ਸਮੇਂ ਸਭ ਤੋਂ ਵੱਡੀ ਪ੍ਰਤੱਖ ਕਰਾਮਾਤ ਇਹ ਹੈ। ਕਹਿਣ ਲੱਗੇ ਕਿਵੇਂ? ਸਤਿਗੁਰੂ ਕਹਿੰਦੇ ਬਾਦਸ਼ਾਹ ਦੇ ਹੱਥ ਵਿੱਚ ਜ਼ਿੰਦਗੀ ਤੇ ਮੌਤ ਹੈ, ਜਿਹਨੂੰ ਚਾਹੇ ਜ਼ਿੰਦਗੀ ਦੇ ਦੇਵੇ, ਜਿਹਨੂੰ ਚਾਹੇ ਮੌਤ ਦੇ ਦੇਵੇ। ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ? ਜਿਹਨੂੰ ਚਾਹੇਗਾ ਹੁਣੇ ਆਪਣੇ ਕੋਲ ਵਜ਼ੀਰ ਬਣਾ ਕੇ ਬਿਠਾ ਲਏਗਾ, ਜਿਹਨੂੰ ਚਾਹੇਗਾ 10 ਮਿੰਟਾਂ ਵਿੱਚ ਲਾਸ਼ ਬਣਾ ਕੇ ਕਬਰ ਵਿੱਚ ਦਫਨਾ ਦੇਵੇਗਾ। ਇਹ ਕਰਾਮਾਤ ਹੈ। ਕਹਿਣ ਲੱਗੇ ਨਹੀਂ ਨਹੀਂ, ਇਹ ਨਹੀਂ, ਕੋਈ ਕਰਾਮਾਤ ਵਿਖਾਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੀਸੇ ਵਿੱਚ ਹੱਥ ਪਾਇਆ, ਕੁਝ ਸਿੱਕੇ ਕੱਢ ਕੇ ਹੱਥ ਉੱਤੇ ਰੱਖੇ, ਕਹਿਣ ਲੱਗੇ ਦੂਜੀ ਦੁਨੀਆ ਦੀ ਕਰਾਮਾਤ ਇਹ ਮਾਇਆ ਹੈ। ਪੈਸਾ ਦੁਨੀਆ ਵਿੱਚ ਜੋ ਚਾਹੇ ਕਰਵਾ ਸਕਦਾ ਹੈ, ਜੋ ਚਾਹੇ, ਇਹ ਕਰਾਮਾਤ ਹੈ। ਕਹਿਣ ਲੱਗੇ ਨਹੀਂ, ਇਹ ਨਹੀਂ, ਕੋਈ ਸ਼ਕਤੀ ਵਿਖਾਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ
ਤੀਸਰਾ ਬਚਨ ਕੀਤਾ ਕਿ ਕਲਮ ਦੁਨੀਆ ਵਿੱਚ ਬਹੁਤ ਵੱਡੀ ਕਰਾਮਾਤ ਹੈ। ਕਲਮ ਦੁਨੀਆ ਦੇ ਇਤਿਹਾਸ ਨੂੰ ਜਿੱਧਰ ਮਰਜ਼ੀ ਲੈ ਕੇ ਜਾ ਸਕਦੀ, ਸੱਚ ਨੂੰ ਝੂਠ, ਝੂਠ ਨੂੰ ਸੱਚ ਕਰ ਸਕਦੀ ਹੈ। ਉਹ ਕਾਜੀ ਦਾ ਮਨ ਨਾ ਭਰਿਆ, ਕਹਿਣ ਲੱਗਾ ਨਹੀਂ ਮਹਾਰਾਜ ਤੁਸੀਂ ਗੱਲਾਂ ਘਮਾਉਂਦੇ ਫਿਰਾਉਂਦੇ ਹੋ, ਕਰਾਮਾਤ ਵਿਖਾਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਤਨਾਮ ਸ੍ਰੀ ਵਾਹਿਗੁਰੂ ਆਖਿਆ, ਮਿਆਨ ਵਿੱਚੋਂ ਸ੍ਰੀ ਸਾਹਿਬ ਕੱਢ ਲਈ। ਸਤਿਗੁਰੂ ਕਹਿੰਦੇ ਦੁਨੀਆ ਦੀ ਸਭ ਤੋਂ ਵੱਡੀ ਤੇ ਸਭ ਤੋਂ ਆਖਰੀ ਕਰਾਮਾਤ ਇਹ ਹੈ, ਝੱਟ ਬੰਦਾ ਝੱਟ ਮੁਰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਭ ਤੋਂ ਵੱਡੀ ਕਰਾਮਾਤ ਹੈ, ਵੇਖਣੀ ਤੇ ਆ ਜਾ। ਡਰ ਕੇ ਪਿਛਾਂ ਹੋ ਗਿਆ। ਗੁਰੂ ਘਰ ਦੇ ਅੰਦਰ ਸ਼ਕਤੀ ਜਿਤਨੀ ਮਰਜ਼ੀ ਹੋਵੇ, ਪਰ ਕਰਾਮਾਤ ਦੀ ਵਿਆਖਿਆ ਦੁਨੀਆ ਤੋਂ ਵਡਿਆਈ ਕਰਾਉਣ ਵਾਸਤੇ ਕੀਤਾ ਗਿਆ ਜਾਦੂ ਨਹੀਂ। ਕਰਾਮਾਤ ਦੀ ਵਿਆਖਿਆ ਹੈ ਕਿਸੇ ਦੇ ਪਰਉਪਕਾਰ ਹਿੱਤ ਆਪਣੇ ਜੀਵਨ ਦਾ ਹਰ ਇੱਕ ਸੰਭਵ ਯਤਨ ਕਰ ਜਾਣਾ, ਔਰ ਉਹ ਯਤਨ ਕਰ ਜਾਣਾ ਜਿਹਨੂੰ ਦੁਨੀਆ ਅਸੰਭਵ ਮੰਨਦੀ ਹੈ। ਇਹ ਕਰਾਮਾਤ ਹੈ ਗੁਰੂ ਘਰ ਦੀ। ਹਰ ਉਹ ਯਤਨ ਕਰਨਾ ਜਿਹਦੇ ਨਾਲ ਸੰਸਾਰ ਦਾ ਭਲਾ ਹੋ ਸਕੇ, ਜਿਹਦੇ ਨਾਲ ਕੋਈ ਚੰਗੀ ਪ੍ਰਾਪਤੀ ਹੋ ਸਕੇ, ਦੁਨੀਆ ਦੇ ਪਰਉਪਕਾਰ ਵਾਸਤੇ ਕੋਈ ਉਪਲਬਧੀ ਹੋ ਸਕੇ, ਇਹਦਾ ਨਾਮ ਕਰਾਮਾਤ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਬਾਰੇ, ਸਤਿਗੁਰੂ ਦੇ ਸਿਧਾਂਤ ਬਾਰੇ ਸੋਚਦਿਆਂ ਭਾਈ ਗੁਰਦਿੱਤਾ ਜੀ ਬਚਨ ਕਰਦੇ ਹੈ ਵੀ ਗੁਰੂ ਘਰ ਦੇ ਅੰਦਰ ਕਰਾਮਾਤ ਦਾ ਅਰਥ ਹੈ ਕਿਸੇ ਦਾ ਭਲਾ, ਪਰ ਕਰਾਮਾਤ ਕਰਕੇ ਵੀ ਆਪਣੇ ਸਿਰ ਇਹਦਾ ਤਾਜ ਨਹੀਂ ਲਿਆ ਜਾ ਸਕਦਾ। ਜੋ ਲਗਾਏ ਤਿਸ ਦੇਖ ਰਿਸਾਵੈ। ਜੇ ਕੋਈ ਕਰਾਮਾਤ ਲਾਵੇ, ਜੇ ਕੋਈ ਕਰਾਮਾਤ ਵਿਖਾਵੇ, ਤਾਂ ਗੁਰੂ ਸਾਹਿਬ ਜੀ, ਸਤਿਗੁਰੂ ਪਿਤਾ ਜੀ ਉਹਨੂੰ ਵੇਖ ਕੇ ਵੀਰ ਰਸ ਵਿੱਚ ਆਉਣਗੇ। ਮਹਾਰਾਜ ਕਰਾਮਾਤੀਆਂ ਨੂੰ ਪਸੰਦ ਨਹੀਂ ਕਰਦੇ। ਸਤਿਗੁਰੂ ਨੇ ਜਾਦੂਗਰਾਂ ਦੀ ਕੌਮ ਨਹੀਂ ਬਣਾਈ। ਜਾਦੂ ਵਿਖਾਉਣਾ ਵੀ ਆ ਜਾ ਤੇਰੇ ਮਨ ਦੀ ਗੱਲ ਪੁੱਜ ਕੇ ਪਰਚੀ ਤੇ ਲਿਖ ਕੇ ਦੱਸ ਦਿਆਂਗਾ ਵੀ ਤੂੰ ਦੁਨੀਆ ਨੂੰ ਜਾ ਕੇ ਦੱਸੀ ਵੀ ਮੈਂ ਬਹੁਤ ਵੱਡਾ ਮਹਾਤਮਾ ਆ, ਇਹ ਕਰਨ ਪਿਸ਼ਾਚਨੀ ਵਿਦਿਆ ਹੁੰਦੀ ਹੈ। ਇਹ ਕੋਈ ਬਹੁਤ ਵੱਡਾ ਜਾਦੂ ਨਹੀਂ। ਤੂੰ ਤੁਰਿਆ ਵੇਖੋ, ਆਮ ਤੌਰ ਤੇ ਵਿਗਿਆਨ ਵੀ ਇੰਨੀ ਕੁ ਤਰੱਕੀ ਤਾਂ ਕਰ ਗਿਆ। ਸਾਈਕੋਲੋਜੀ ਹੈ ਸਿੰਪਲ ਜਿਹੀ। ਕਿਸੇ ਦੇ ਕੋਲ ਬੈਠੋ, ਉਹਦੇ ਚਿਹਰੇ ਦੇ ਹਾਵ ਭਾਵ ਨੋਟ ਕਰੋ, ਅੱਧਾ ਦਿਮਾਗ ਤੇ ਉਹਦਾ ਉਸ ਤਰ੍ਹਾਂ ਪੜ੍ਹਿਆ ਜਾਂਦਾ। ਕੁਝ ਇੱਕ ਟ੍ਰਿਕਸ ਹੁੰਦੀਆਂ ਨੇ, ਉਹ ਚੱਲ ਜਾਂਦੀਆਂ ਨੇ। ਰਹਿੰਦੀ ਗੱਲ ਜੇ ਕੋਈ ਬਹੁਤ ਸੂਖਸ਼ਮ ਗੱਲ ਕਰੇ ਤੇ ਕਰਨ ਪਿਸ਼ਾਚਨੀ ਵਿਦਿਆ ਤੋਂ ਅਗਾਂਹ ਕੁਝ ਵੀ ਨਹੀਂ। ਕਿਸੇ ਨੂੰ ਸਾਹਮਣੇ ਬਿਠਾਓ, ਪਿਸ਼ਾਚਨੀ ਵਸ ਕੀਤੀ ਹੋਵੇ ਤਾਂ ਹਵਾ ਵਿੱਚ ਮੰਤਰ ਪੜ੍ਹਿਆ, ਪਿਸ਼ਾਚਨੀ ਨੇ ਆ ਕੇ ਜ਼ਿਆਦਾ ਤੋਂ ਜ਼ਿਆਦਾ ਉਹਦਾ ਨਾਮ ਦੱਸ ਦਿੱਤਾ, ਉਹਦੇ ਘਰ ਦਾ ਪਤਾ ਦੱਸ ਦਿੱਤਾ। ਸੂਖਸ਼ਮ ਸ਼ਕਤੀ ਔਰ ਜੁਗਤੀ ਹੁੰਦੀ ਹੈ। ਤਾਂ ਇਹ ਕੋਈ ਬਹੁਤ ਵੱਡਾ ਜਾਦੂ ਨਹੀਂ ਜਿਹਦੇ ਸਿਰ ਤੇ ਦੁਨੀਆ ਨੂੰ ਭ੍ਰਮਿਤ ਕੀਤਾ ਜਾ ਰਿਹਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਇਹ ਜਾਦੂਗਰਾਂ ਦੀ ਕੌਮ ਨਹੀਂ ਹੈ, ਸੇਵਾਦਾਰਾਂ ਦੀ ਕੌਮ ਹੈ, ਗਿਆਨਵਾਨਾਂ ਦਾ ਪੰਥ ਹੈ। ਸਿੱਖ ਸ਼ਬਦ ਦਾ ਅਰਥ ਹੁੰਦਾ ਸਿੱਖਿਆ ਗ੍ਰਹਿਣ ਕਰਨ ਵਾਲਾ, ਸ਼ੁਭ ਸਿੱਖਿਆ ਲੈਣ ਵਾਲਾ ਤੇ ਸ਼ੁਭ ਸਿੱਖਿਆ ਤੇ ਚੱਲਣ ਵਾਲਾ। ਸਿੱਖ ਦਾ ਅਰਥ ਹੈ ਸਿੱਖਿਆ ਨੂੰ ਫੈਲਾਉਣ ਵਾਲਾ। ਦੁਨੀਆ ਦੇ ਵਿੱਚ ਉਹਨਾਂ ਸਿੱਖਿਆਵਾਂ ਦਾ ਪ੍ਰਚਾਰ ਪ੍ਰਸਾਰ ਕਰਨਾ ਜਿਨ੍ਹਾਂ ਸਿੱਖਿਆਵਾਂ ਦੇ ਨਾਲ ਪੂਰੀ ਮਾਨਵਤਾ ਦਾ ਭਲਾ ਹੋ ਸਕੇ। ਇਹ ਸਾਡਾ ਪੰਥ ਹੈ, ਇਹ ਸਾਡਾ ਧਰਮ ਹੈ। ਸਾਡੀ ਕੌਮ ਜਾਦੂਗਰਾਂ ਦੀ ਕੌਮ ਨਹੀਂ। ਸਾਡੀ ਕੌਮ ਵਡਿਆਈ ਲੈਣ ਵਾਲਿਆਂ ਦੀ ਕੌਮ ਨਹੀਂ। ਸੇਵਾ ਵੀ ਕਰਨੀ ਹੈ ਤੇ ਸ਼ਾਂਤ ਰਹਿ ਕੇ। ਜੇ ਸਤਿਗੁਰੂ ਨੇ ਕੋਈ ਦਾਤਾਂ ਦੇ ਦਿੱਤੀਆਂ ਤਾਂ ਵੀ ਸ਼ਾਂਤ ਰਹਿਣਾ, ਭਲੇ ਵਿੱਚ ਰਹਿਣਾ, ਭਾਣੇ ਵਿੱਚ ਰਹਿਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਜੇ ਕੋਈ ਕਰਾਮਾਤ ਵਿਖਾਉਂਦਾ ਹੈ ਤਾਂ ਉਹ ਸਾਧ ਸੰਗਤ ਜੀ ਕੋਈ ਸੁਖੀ ਨਹੀਂ ਵਸਦਾ। ਗੁਰੂ ਕੀ ਕਰੋਪੀ ਦਾ ਉਹ ਅਧਿਕਾਰੀ ਬਣਦਾ ਹੈ, ਗੁਰੂ ਕੀ ਕਰੋਪੀ ਦਾ ਪਾਤਰ ਬਣਦਾ ਹੈ। ਉਹਦੇ ਉੱਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੋਈ ਕਿਰਪਾ ਦ੍ਰਿਸ਼ਟੀ ਨਹੀਂ ਰਹਿੰਦੀ। ਕਰਾਮਾਤ ਵਿਖਾਉਣ ਵਾਲਿਆਂ ਤੇ ਗੁਰੂ ਸਾਹਿਬ ਜੀ ਵੀਰ ਰਸ ਧਾਰਦੇ ਹਨ। ਜੇ ਅਬ ਗਊ ਨਾ ਜੀਵਤ ਇਹਾਂ। ਹੁਣ ਦੂਸਰੀ ਸਮੱਸਿਆ ਇਹ ਹੈ, ਜੇ ਗਊ ਨੂੰ ਜਿੰਦਾ ਨਹੀਂ ਕੀਤਾ ਜਾਂਦਾ। ਇੱਕ ਤਉ ਪਾਪ ਹੋਤ ਹੈ ਮਹਾ। ਇੱਕ ਤਾਂ ਗਊ ਦੀ ਹੱਤਿਆ ਬਹੁਤ ਵੱਡਾ ਪਾਪ ਹੈ, ਕਿਉਂਕਿ ਸਨਾਤਨ ਧਰਮ ਦੇ ਅੰਦਰ ਗਊ ਨੂੰ ਦੈਵ ਜਾਨਵਰ ਮੰਨਿਆ। ਤਾਂ ਉਹਨਾਂ ਦੇ ਮਤ ਮੁਤਾਬਕ, ਪਹਾੜੀਏ ਸਾਰੇ ਹਿੰਦੂ ਸਨ, ਇਹਨਾਂ ਦੇ ਮਤ ਮੁਤਾਬਕ ਬਹੁਤ ਵੱਡਾ ਪਾਪ ਹੋ ਜਾਏਗਾ। ਦੁਤੀਏ ਜੈ ਹੈ ਕਰੈ ਪੁਕਾਰ। ਔਰ ਦੂਜਾ, ਜੇ ਗਊ ਨਹੀਂ ਜਿੰਦਾ ਕੀਤੀ ਜਾਂਦੀ ਤੇ ਇਹ ਜਾ ਕੇ ਬਾਦਸ਼ਾਹ ਕੋਲ ਪੁਕਾਰ ਕਰਨਗੇ ਤੇ ਉਹਦੇ ਤੋਂ ਰੌਲਾ ਗੌਲਾ ਵੱਧ ਜਾਏਗਾ। ਅਪਜਸ ਬਿਥਰੈ ਗੋ ਸੰਸਾਰ। ਫਿਰ ਤੀਸਰੀ ਗੱਲ ਇਹ ਹੈ ਵੀ ਇੱਕ ਗਊ ਦੀ ਹੱਤਿਆ ਕਰਕੇ, ਕਿਸੇ ਧਰਮ ਦੀ ਹਾਨੀ ਕਰਕੇ ਅਸੀਂ ਚੁੱਪਚਾਪ ਪਾਸੇ ਹੋ ਜਾਈਏ, ਇਹਦੇ ਨਾਲ ਗੁਰੂ ਘਰ ਦੀ ਬਹੁਤ ਵੱਡੀ ਜਿਹੜੀ ਹੈ ਨਾ ਉਹ ਅਪਜਸਤਾ ਹੋਏਗੀ। ਗੁਰੂ ਘਰ ਦੀ ਵਡਿਆਈ ਨਹੀਂ ਰਹੇਗੀ। ਗੁਰੂ ਘਰ ਨੂੰ ਮਾੜਾ ਕਹਿਣ ਦਾ ਲੋਕਾਂ ਨੂੰ ਇੱਕ ਮੌਕਾ ਤੇ ਬਹਾਨਾ ਮਿਲ ਜਾਏਗਾ।
ਤੇ ਗੁਰੂ ਘਰ ਦਾ ਨਿਰਾਦਰ ਹੋਵੇ, ਗੁਰੂ ਘਰ ਦੀ ਨਿਰਾਦਰੀ ਹੋਵੇ ਸਾਡੇ ਕਰਕੇ ਜਾਂ ਸਾਡੇ ਕਿਸੇ ਸੰਗੀ ਕਰਕੇ, ਇਹ ਚੰਗੀ ਗੱਲ ਨਹੀਂ ਹੋਏਗੀ। ਇਸ ਕੋ ਨਾਮ ਨ ਲੈ ਹੈ ਕੋਈ। ਜੇ ਅਸੀਂ ਇਸ ਗਊ ਨੂੰ ਜਿੰਦਾ ਕੀਤੇ ਤੋਂ ਬਗੈਰ ਇੱਥੋਂ ਚਲੇ ਜਾਂਦੇ ਹਾਂ ਤਾਂ ਸਾਡਾ ਜਿਹੜਾ ਸਾਥੀ ਹੈ ਨਾ ਸ਼ਿਕਾਰੀ, ਇਹਦਾ ਕਿਸੇ ਨੇ ਨਾਮ ਥੋੜ੍ਹੀ ਲੈਣਾ। ਜਿੱਥੇ ਕੋਈ ਗੱਲ ਚੱਲੇਗੀ ਉਹ ਇਹੀ ਗੱਲ ਕਹੀ ਜਾਏਗੀ ਨਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ ਸ਼ਿਕਾਰ ਖੇਡਦਿਆਂ ਗਊ ਮਰਵਾ ਦਿੱਤੀ ਜਾਂ ਗਊ ਮਾਰ ਦਿੱਤੀ, ਇਹਦਾ ਸਾਡੇ ਸਾਥੀ ਦਾ ਤਾਂ ਕਿਧਰੇ ਨਾਮ ਨਹੀਂ ਕਿਸੇ ਨੇ ਲੈਣਾ। ਵੇਖੋ ਇਤਿਹਾਸ ਦੇ ਵਿੱਚ ਇਹ ਬਚਨ ਕੈਸਾ ਸਿੱਧ ਹੋਇਆ ਵੀ ਅੱਜ ਤੱਕ ਜਿਹਨੇ ਗੋਲੀ ਚਲਾਈ ਸੀ, ਜਿਹਦੇ ਹੱਥੋਂ ਗਊ ਦੀ ਹੱਤਿਆ ਹੋਈ ਸੀ, ਉਹ ਸ਼ਿਕਾਰੀ ਦਾ ਅੱਜ ਤੱਕ ਕਿਤੇ ਨਾਮ ਨਹੀਂ ਲੱਭਾ। ਤਾਂ ਬਾਬਾ ਗੁਰਦਿੱਤਾ ਜੀ ਦੀਰਘਦਰਸ਼ੀ ਨੇ ਕਹਿੰਦੇ ਇਹਦਾ ਕਦੀ ਕਿਤੇ ਵੀ ਨਾਮ ਨਹੀਂ ਲਿਆ ਜਾਏਗਾ। ਹਮਰੀ ਦਿਸ਼ਾ ਅਰੂਪ ਹੈ ਸੋਈ। ਇਹ ਜਿਹੜਾ ਦੋਸ਼ ਆ ਨਾ, ਇਹ ਸਾਡੀ ਦਿਸ਼ਾ ਵੱਲ, ਸਾਡੇ ਵੱਲ ਹੀ ਆਉਣਾ ਹੈ। ਸਾਡੇ ਤੇ ਇਹ ਦੋਸ਼ ਲੱਗਣਾ ਵੀ ਇਹਨਾਂ ਦੇ ਕਿਸੇ ਸਾਥੀ ਨੇ ਜਾਂ ਇਹਨਾਂ ਨੇ ਗਊ ਹੱਤਿਆ ਕਰਵਾ ਦਿੱਤੀ। ਰਣ ਤੇ ਸ਼ਾਂਤ ਬ੍ਰਿਤੇ ਅਬ ਭਏ। ਇੱਕ ਗੱਲ ਇਹ ਵੀ ਸੋਚਣ ਵਾਲੀ ਹੈ ਵੀ ਹੁਣੇ ਹੁਣੇ ਪਿਤਾ ਸਤਿਗੁਰੂ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜੰਗ ਦੇ ਵੱਲੋਂ ਸ਼ਾਂਤ ਹੋਏ ਹੈ। ਹੁਣ ਥੋੜਾ ਸਮਾਂ ਹੋਇਆ ਜੰਗ ਜੁੱਧ ਹੋ ਕੇ ਹਟਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਿਕਾਰ ਬਿਰਤੀ ਤਿਆਗੀ ਹੈ। ਜਿਹੜੇ ਗੁਰਸਿੱਖ ਰੋਜ਼ ਕਥਾ ਸੁਣਦੇ ਆ ਉਹ ਜਾਣਦੇ ਹੈ ਪਿੱਛੇ ਯੁੱਧ ਹੋ ਕੇ ਹਟੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਣ ਨਾ ਸ਼ਿਕਾਰ ਬਿਰਤੀ ਦਾ ਤਿਆਗ ਕੀਤਾ ਹੈ। ਸਵੇਰ ਸ਼ਾਮ ਦੀਵਾਨ ਸਜਦਾ ਹੈ, ਰਬਾਬੀ ਕੀਰਤਨ ਕਰਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰੇਮ ਦੇ ਨਾਲ ਬੈਠ ਕੇ ਆਪ ਕੀਰਤਨ ਸੁਣਦੇ ਹੈ। ਫਿਰ ਕਥਾ ਵਿਚਾਰ ਹੁੰਦੀ ਹੈ, ਸੰਗਤਾਂ ਦਰਸ਼ਨ ਦਿਦਾਰੇ ਕਰਦੀਆਂ ਨੇ, ਸਤਿਗੁਰੂ ਉਪਦੇਸ਼ ਕਰਦੇ ਨੇ। ਇਹ ਸੋਹਣਾ ਸ਼ਾਂਤ ਮਾਹੌਲ ਜਿਹੜਾ ਹੈ ਨਾ ਉਹ ਥੋੜ੍ਹੇ ਸਮੇਂ ਤੋਂ ਬਣਿਆ। ਜੰਗ ਜੁੱਧ ਵੱਲੋਂ ਸਤਿਗੁਰੂ ਨੇ ਸ਼ਾਂਤ ਸਰੂਪ ਧਾਰਿਆ ਹੈ। ਸੁਨਹਿ ਬਖੇਰਾ ਤੋ ਰਿਸ ਲਏ। ਜੇ ਹੁਣ ਕੋਈ ਝਗੜਾ ਸੁਣ ਲਿਆ, ਕੋਈ ਬਖੇੜਾ ਸੁਣ ਲਿਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਦੁਬਾਰਾ ਵੀਰ ਰਸ ਧਾਰਨ ਕਰ ਲੈਣਗੇ। ਠਾਂਡੇ ਭਏ ਕਰੇ ਥਿਰ ਲੋਚਨ। ਹੁਣ ਇਸ ਤਰੀਕੇ ਦੇ ਨਾਲ ਬਾਬਾ ਗੁਰਦਿੱਤਾ ਸਾਹਿਬ ਜੀ ਇੱਕ ਜਗ੍ਹਾ ਖਲੋਤੇ ਨੇ ਤੇ ਦੋਏ ਤਰ੍ਹਾਂ ਦੀਆਂ ਵਿਚਾਰਾਂ ਮਨ ਵਿੱਚ ਚੱਲਦੀਆਂ ਨੇ। ਕੋਈ ਮਨ 'ਚ ਵਿਚਾਰ ਆਉਂਦੀ ਵੀ ਗਊ ਨੂੰ ਜਿੰਦਾ ਕਰ ਦੇਣਾ ਚਾਹੀਦਾ, ਫਿਰ ਦੂਜੇ ਪਾਸੇ ਮਨ ਵਿੱਚ ਵਿਚਾਰ ਆਉਂਦੀ ਕਿ ਜਿੰਦਾ ਨਹੀਂ ਕੀਤੀ ਜਾਣੀ ਚਾਹੀਦੀ, ਸ਼ਕਤੀ ਨਹੀਂ ਵਿਖਾਉਣੀ ਚਾਹੀਦੀ। ਇਸ ਤਰ੍ਹਾਂ ਦੀਆਂ ਵਿਚਾਰਾਂ ਕਰ ਰਹੇ ਹਨ। ਅਨੇਕ ਭਾਂਤ ਕੀ ਸੋਚਤ ਸੋਚਨ। ਅਨੇਕਾਂ ਤਰੀਕਿਆਂ ਦੀਆਂ ਸੋਚਾਂ ਸਾਧ ਸੰਗਤ ਜੀ ਮਨ ਵਿੱਚ ਦੇ ਭਾਈ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਮਨ ਵਿੱਚ ਇਹ ਅਨੇਕਾਂ ਤਰ੍ਹਾਂ ਦੀਆਂ ਸੋਚਾਂ ਚੱਲਦੀਆਂ ਨੇ। ਵੱਖੋ ਵੱਖਰੇ ਤਰ੍ਹਾਂ ਦੀਆਂ ਸੋਚਾਂ ਦੁਬਿਧਾ ਦੇ ਵਿੱਚ ਪਏ ਹੋਏ ਹਨ। ਕਰਹਿ ਕਹਾ ਅਸਮੰਜਸ ਬਨੇ। ਮਨ ਵਿੱਚ ਸੋਚਦੇ ਆ ਵੀ ਬੜੀ ਅਸਚਰਜ ਦੁਬਿਧਾ ਬਣ ਗਈ ਹੈ, ਬੜੀ ਹੈਰਾਨਗੀ ਵਾਲੀ ਗੱਲ ਬਣ ਗਈ ਵੀ ਕੀ ਕੀਤਾ ਜਾਏ। ਵਾਰ-ਵਾਰ ਮਨ 'ਚ ਜੇ ਗਊ ਜਿਵਾਉਣ ਬਾਰੇ ਸੋਚਦੇ ਹੈ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਾਰਾਜ਼ਗੀ ਦਾ ਡਰ ਆਉਂਦਾ ਵੀ ਕਰਾਮਾਤ ਨਹੀਂ ਵਿਖਾਉਣੀ। ਜੇ ਗਊ ਨਾ ਜਿਵਾਈਏ ਤੇ ਫਿਰ ਸਾਡਾ ਜਿਹੜਾ ਸਾਥੀ ਹੈ ਉਹ ਇੱਥੇ ਫਸਦਾ ਹੈ। ਤਾਂ ਇਹ ਬਹੁਤ ਹੈਰਾਨਗੀ ਵਾਲੀ, ਬੜੀ ਪਰੇਸ਼ਾਨੀ ਵਾਲੀ, ਆਸ਼ਚਰਯਚਕਿਤ ਜਿਹੜੀ ਹੈ ਨਾ ਉਹ ਦੁਬਿਧਾ ਬਣੀ ਹੋਈ ਹੈ। ਦੋਨੋਂ ਵਿਧੀ ਕਹਿਰ ਹੋਏ ਕਨੇ। ਦੋਏ ਪੱਖਾਂ ਦੇ ਵਿੱਚ, ਦੋਏ ਵਿਧੀਆਂ ਦੇ ਵਿੱਚ ਬਹੁਤ ਕਹਿਰ ਵਾਪਰੇਗਾ। ਥੋੜਾ ਨਹੀਂ, ਬਹੁਤ ਕਹਿਰ ਵਾਪਰੇਗਾ। ਹੁਣ ਜੇ ਗਊ ਜਿੰਦਾ ਕੀਤੀ ਜਾਂਦੀ ਤਾਂ ਵੀ ਗੁਰੂ ਸਾਹਿਬ ਕਹਿੰਦੇ ਕਰਾਮਾਤ ਕਹਿਰ ਹੈ। ਜੇ ਉਹ ਕਰਾਮਾਤ ਨਹੀਂ ਵਿਖਾਉਂਦੇ, ਇਹ ਪਹਾੜੀ ਰਾਜੇ ਸਰਕਾਰ ਕੋਲ ਜਾਂਦੇ ਆ, ਸਰਕਾਰ ਅੱਗੇ ਬਹਾਨਾ ਭਾਲਦੀ ਆ ਗੁਰੂ ਘਰ ਦੇ ਉੱਤੇ ਚੜ੍ਹਾਈ ਕਰਨ ਦਾ। ਗੁਰੂ ਘਰ ਦੇ ਵਿੱਚ ਜੇ ਇੱਕ ਯੁੱਧ ਦਾ ਕਾਰਨ ਅਸੀਂ ਬਣਦੇ ਹਾਂ ਤਾਂ ਵੀ ਕਹਿਰ ਵਰਤਦਾ ਹੈ। ਤਾਂ ਦੋਏ ਪਾਸਿਓਂ ਅਸੀਂ ਕਸੂਤੇ ਹੋ ਗਏ। ਸੁਰਭੀ ਮਗ ਪਾਪ ਹੈ ਭਾਰਾ। ਹੁਣ ਗੱਲ ਕੀ ਹੈ ਕਿ ਜੇ ਤਾਂ ਇਹ ਗਊ ਮਰੀ ਛੱਡ ਜਾਂਦੇ ਆ ਤਾਂ ਵੀ ਬਹੁਤ ਵੱਡਾ ਨਿਰਾਦਰ, ਬੜਾ ਵੱਡਾ ਅਪਮਾਨ ਹੈ ਗੁਰੂ ਘਰ ਦਾ। ਕਰਾਮਾਤ ਦੈ ਦੋਸ ਉਦਾਰਾ। ਜੇ ਕਰਾਮਾਤ ਕਰਦੇ ਆ ਤਾਂ ਵੀ ਬਹੁਤ ਵੱਡਾ ਦੋਸ਼ ਲੱਗਦਾ, ਉਹ ਵੀ ਗੁਰੂ ਘਰ ਸੇਰੀ ਦੋਸ਼ ਜਾਏਗਾ। ਧੀਰੇ ਰਹੇ ਤਹਿ ਕੇ ਤਕ ਕਾਲਾ। ਕੁਝ ਸਮਾਂ ਸੰਗਤ ਜੀ ਭਾਈ ਗੁਰਦਿੱਤਾ ਸਾਹਿਬ ਜੀ, ਬਾਬਾ ਗੁਰਦਿੱਤਾ ਸਾਹਿਬ ਜੀ ਇਸੇ ਤਰ੍ਹਾਂ ਸੋਚਾਂ ਸੋਚਦੇ ਉਸੇ ਜਗ੍ਹਾ ਤੇ ਖੜੇ ਰਹੇ ਹਨ। ਹਿਰਦੈ ਵਿਚਾਰਨ ਕਰਹਿ ਵਿਸਾਲਾ। ਤੇ ਦਿਲ ਦੇ ਵਿੱਚ ਹਰ ਪੱਖ ਸੋਚ ਕੇ ਵੇਖਦੇ ਆ। ਸਿਆਣਾ ਬੰਦਾ ਮੁਸੀਬਤ ਸਮੇਂ ਰੋਣ ਧੋਣ ਛੱਡ ਕੇ ਹੱਲ ਸੋਚਣ ਦੇ ਉੱਤੇ ਜ਼ੋਰ ਦਿੰਦਾ। ਤਾਂ ਰੌਲਾ ਗੋਲਾ ਪਾਸੇ ਪਾਸੇ ਬਹੁਤ ਹੈ,
ਬਾਬਾ ਗੁਰਦਿੱਤਾ ਸਾਹਿਬ ਜੀ ਰੌਲੇ ਗੌਲੇ ਤੋਂ ਧਿਆਨ ਹਟਾ ਕੇ ਹੱਲ ਸੋਚ ਰਹੇ ਹਨ। ਝਗਰਤ ਖਰੇ ਸੰਬੂਹ ਪਹਾਰੀ। ਇੱਕ ਪਾਸੇ ਬਾਬਾ ਗੁਰਦਿੱਤਾ ਸਾਹਿਬ ਜੀ ਖਲੋਤੇ ਨੇ ਤੇ ਸੋਚਦੇ ਨੇ ਕੀ ਕੀਤਾ ਜਾਏ। ਦੂਜੇ ਪਾਸੇ ਪਹਾੜੀਆਂ ਦੀ ਭੀੜ ਵੱਧਦੀ ਜਾ ਰਹੀ ਹੈ, ਪਹਾੜੀ ਇਕੱਠੇ ਹੋ ਰਹੇ ਨੇ, ਰੌਲਾ ਗੌਲਾ ਵੱਧ ਰਿਹਾ ਹੈ। ਆਪਣੇ ਪਰ ਕੇ ਭੇ ਨਰ ਚਾਰੀ। ਆਪਣੇ ਤੇ ਪਰਾਇਆਂ ਦੇ ਬਹੁਤ ਸਾਰੇ ਮਨੁੱਖ ਇਕੱਠੇ ਹੋ ਰਹੇ ਨੇ। ਆਪਣੇ ਪੱਖ ਦੇ ਕੁਝ ਗੁਰਸਿੱਖ ਵੀ ਆ ਰਹੇ ਨੇ, ਕੁਝ ਸਿੱਖਾਂ ਨੇ ਰੌਲਾ ਗੌਲਾ ਸੁਣਿਆ, ਸਿੱਖ ਇਕੱਠੇ ਹੋ ਰਹੇ ਹੈ। ਤੇ ਦੂਸਰੇ ਪੱਖ ਦੇ ਜਿਹੜੇ ਪਹਾੜੀਏ ਨੇ ਉਹ ਬਹੁਤ ਸਾਰੀ ਗਿਣਤੀ ਵਿੱਚ ਇਕੱਠੇ ਹੋ ਰਹੇ ਹਨ। ਦੋਹਰਾ ਸ੍ਰੀ ਗੁਰ ਦਿੱਤੇ ਸੰਗ ਮਹਿ ਸੋ ਭਟ ਹੋਤੇ ਤਿਸ ਥਾਨ। ਸ਼੍ਰੋਮਣੀ ਬਾਬਾ ਗੁਰਦਿੱਤਾ ਸਾਹਿਬ ਜੀ ਉਹਨਾਂ ਦੇ ਨਾਲ ਕੁਝ ਕੁ ਸੂਰਮੇ ਜਿਹੜੇ ਸ਼ਿਕਾਰ ਖੇਡਣ ਗਏ ਸੀ ਉਹ ਵੀ ਇਸ ਸਾਰੇ ਵਰਤਾਰੇ ਦੇ ਅੰਦਰ, ਇਸ ਮੰਜ਼ਰ ਦੇ ਅੰਦਰ ਸ਼ਰੀਕ ਨੇ। ਇਸ ਦ੍ਰਿਸ਼ ਦੇ ਅੰਦਰ ਕੁਝ ਸਮਾਂ ਉਹ ਸੂਰਮੇ ਚੁੱਪ ਕਰਕੇ ਖਲੋਤੇ ਰਹੇ, ਬਾਬਾ ਜੀ ਦੇ ਮੁਖ ਵੱਲ ਵੇਖਦੇ ਰਹੇ ਕਿ ਬਾਬਾ ਜੀ ਹੁਣ ਕੀ ਫੈਸਲਾ ਕਰਦੇ ਹੈ। ਜਦੋਂ ਉਹਨਾਂ ਸੂਰਮਿਆਂ ਨੇ ਵੇਖਿਆ ਕਿ ਬਾਬਾ ਜੀ ਦੁਬਦਾ ਦੇ ਵਿੱਚ ਚੱਲ ਰਹੇ ਨੇ ਤਾਂ ਉਸ ਵੇਲੇ ਸਾਧ ਸੰਗਤ ਜੀ ਉਹਨਾਂ ਸੂਰਮਿਆਂ ਨੇ ਲਾਗੋਂ ਸਲਾਹ ਦੇਣ ਵਾਸਤੇ ਹੌਸਲਾ ਕੀਤਾ ਹੈ। ਹਾਥ ਜੋਰ ਬੋਲੇ ਸਕਲ ਗੁਰ ਸੁਤ ਸੁਨਹੁ ਸੁਜਾਨ। ਉਹਨਾਂ ਸਾਰੇ ਸੂਰਮਿਆਂ ਨੇ ਆਪਸ ਵਿੱਚ ਰਾਏ ਕੀਤੀ ਤੇ ਹੱਥ ਜੋੜ ਕੇ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਇਉਂ ਬੇਨਤੀ ਕੀਤੀ, ਕਹਿਣ ਲੱਗੇ, ਹੇ ਸਿਆਣੇ ਮਹਾਂਪੁਰਖੋ, ਮਹਾਂਪੁਰਖ ਸਰੂਪ ਬਾਬਾ ਗੁਰਦਿੱਤਾ ਸਾਹਿਬ ਜੀ, ਸਾਡੀ ਸਾਂਝੇ ਤੌਰ ਤੇ ਇੱਕ ਬੇਨਤੀ ਹੈ, ਆਪ ਜੀ ਪ੍ਰਵਾਨ ਕਰੋ। ਚੌਪਈ ਮਰੀ ਗਊ ਤੇ ਦੋਸ਼ ਕਨੇਰੇ। ਬਾਬਾ ਜੀ ਮਰੀ ਹੋਈ ਗਊ ਦੇ ਤੋਂ ਬਹੁਤ ਸਾਰੇ ਦੋਸ਼ ਹਨ। ਜੇ ਜੀਵ ਹੈ ਹੋਏ ਕੁਸ਼ਲ ਵਡੇਰੇ। ਜੇ ਇਹ ਜਿਉਂ ਪਵੇ ਤਾਂ ਬੜਾ ਸੁੱਖ ਹੋਏਗਾ। ਇੱਕ ਤਾਂ ਇਹਨਾਂ ਦਾ ਧਾਰਮਿਕ ਰੌਲਾ ਗੌਲਾ, ਇਹਨਾਂ ਦੀ ਧਾਰਮਿਕ ਅਸ਼ਾਂਤੀ ਜਿਹੜੀ ਹੈ ਨਾ ਉਹ ਸਮਾਪਤ ਹੋ ਜਾਏਗੀ, ਸ਼ਾਂਤ ਹੋ ਜਾਣਗੇ। ਦੂਸਰਾ ਆਪਣਾ ਸਾਥੀ ਛੁੱਟ ਜਾਏਗਾ। ਤੀਸਰਾ ਗਊ ਹੱਤਿਆ ਦੇ ਪਾਪ ਤੋਂ, ਇਸ ਕਲੰਕ ਤੋਂ, ਗੁਰੂ ਘਰ ਦੀ ਬਦਨਾਮੀ ਜਿਹੜੀ ਲੋਕਾਂ ਨੇ ਬਹਾਨਾ ਬਣਾ ਕੇ ਕਰਨੀ ਹੈ ਉਹ ਬਦਨਾਮੀ ਨਾ ਕਰ ਸਕਣਗੇ। ਇਉਂ ਜੇ ਗਊ ਜਿੰਦਾ ਹੋ ਜਾਏ ਤੇ ਬਹੁਤ ਸੁੱਖ ਹੋਏਗਾ। ਜਿਉਂ ਕਿਉਂ ਕਰ ਦੀਜ ਹੈ ਇਸ ਪ੍ਰਾਨ। ਜਿਵੇਂ ਕਿਵੇਂ ਹੋ ਸਕੇ, ਜਿਵੇਂ ਜਾਨੋ ਇਹਦੇ ਵਿੱਚ ਪ੍ਰਾਣ ਪਾ ਦਿਓ, ਇਸ ਮਰੀ ਹੋਈ ਗਊ ਨੂੰ ਦੁਬਾਰਾ ਜਿੰਦਾ ਕਰ ਦਿਓ। ਸਭ ਦਿਸ਼ੀ ਤੇ ਕਲਹਾ ਹੋਏ ਹਾਨ। ਤਾਂ ਸਾਰੀਆਂ ਦਿਸ਼ਾਵਾਂ ਤੋਂ ਕਲਹਾ ਨਾਮ ਹੁੰਦਾ ਸਾਧ ਸੰਗਤ ਜੀ ਸੁਖ ਦਾ, ਸ਼ਾਂਤੀ ਦਾ। ਸ਼ਾਂਤੀ ਹੋ ਜਾਏਗੀ। ਪਾਤਕ ਮਿਟ ਹੈ ਪੁਨ ਅਧਿਕਾਈ। ਵਾਹਿਗੁਰੂ ਸਭ ਦਿਸ਼ ਤੇ ਕਲਹਾ ਹੋਏ ਹਾਨ। ਕਲਹਾ ਨਾਮ ਸ਼ਾਂਤੀ ਦਾ ਵੀ ਹੁੰਦਾ ਹੈ, ਪਰ ਪ੍ਰਕਰਨ ਵਾਸਤੇ ਇੱਥੇ ਕਲਹਾ ਨਾਮ ਲੜਾਈ ਦਾ। ਮਹਾਰਾਜ ਜੇ ਗਊ ਜਿੰਦਾ ਹੋ ਜਾਏ ਤੇ ਸਾਰੀ ਕਲਹਾ ਲੜਾਈ ਜਿਹੜੀ ਆ ਉਹ ਹਾਨ ਹੋ ਜਾਏ, ਨਾਸ ਹੋ ਜਾਏ, ਲੜਾਈ ਝਗੜਾ ਮੁੱਕ ਜਾਏ, ਸਭ ਪਾਸੇ ਸੁਖ ਸ਼ਾਂਤੀ ਹੋ ਜਾਏਗੀ। ਪਾਤਕ ਮਿਟ ਹੈ ਪੁਨ ਅਧਿਕਾਈ। ਤੇ ਇਹ ਜਿਹੜਾ ਪਾਪ ਇਹਨਾਂ ਨੇ ਆਖਿਆ ਨਾ ਵੀ ਗਊ ਮਾਰਨ ਦਾ ਬਹੁਤ ਵੱਡਾ ਪਾਪ ਹੈ, ਇਹ ਪਾਪ ਖਤਮ ਹੋ ਜਾਏਗਾ। ਪਸਰ ਹੈ ਕੀਰਤ ਬਿਮਲ ਸਦਾਈ। ਇੱਕ ਤਾਂ ਤੁਹਾਨੂੰ ਪੁੰਨ ਲੱਗੇਗਾ ਗਊ ਹੱਤਿਆ ਦੇ ਦੋਸ਼ ਤੋਂ ਬਚਾਉਣ ਦਾ। ਦੂਸਰਾ ਇਹ ਲੋਕ ਦੁਆਵਾਂ ਦੇਣਗੇ ਵੀ ਸਾਡੀ ਗਊ ਜਿੰਦਾ ਹੋ ਗਈ। ਤੀਸਰੀ ਗੱਲ ਇਹ ਹੈ ਵੀ ਤੁਹਾਡਾ ਬਹੁਤ ਸਾਰਾ ਜਸ ਹੋਏਗਾ, ਬੜੀ ਤੁਹਾਡੀ ਵਡਿਆਈ ਹੋਏਗੀ ਚਾਰ ਚਫੇਰੇ। ਨਰ ਆਦਿਕ ਜੇ ਅਪਰ ਜਿਵਾਵਨ। ਜੇ ਹੋਰ ਕੋਈ ਮਨੁੱਖ ਜਾਂ ਹੋਰ ਕੋਈ ਕਿਸੇ ਤਰ੍ਹਾਂ ਦਾ ਕੋਈ ਵੱਡਾ ਪ੍ਰਾਣਾ ਧਰੇ, ਹੁਣ ਫਰਜ਼ ਕਰ ਲਓ ਕੋਈ ਆਦਮੀ ਚੜ੍ਹਾਈ ਕਰ ਗਿਆ ਤੇ ਜੇ ਉਸ ਮਰੇ ਹੋਏ ਆਦਮੀ ਨੂੰ ਦੁਬਾਰਾ ਜਿੰਦਾ ਕੀਤਾ ਜਾਵੇ। ਸੁਨ ਸਤਿਗੁਰ ਤਬ ਹੋਏ ਰਿਸਾਵਨ। ਜੇ ਕਿਸੇ ਮਰੇ ਹੋਏ ਆਦਮੀ ਨੂੰ ਜਿੰਦਾ ਕੀਤਾ ਜਾਏ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਰਾਜ਼ ਹੋਣਗੇ, ਤਾਂ ਮਹਾਰਾਜ ਵੀਰ ਰਸ ਕਰਨਗੇ, ਤਾਂ ਤੁਹਾਡੇ ਤੇ ਗੁੱਸਾ ਹੋਣ। ਪਰ ਇਹ ਆਦਮੀ ਨਹੀਂ ਨਾ, ਇਹ ਤਾਂ ਜੀਵ ਹੈ, ਇਹ ਤਾਂ ਗਊ ਹੈ, ਇਹ ਤਾਂ ਮਾਸੂਮ ਮੰਨਿਆ ਜਾਣ ਵਾਲਾ ਜਾਨਵਰ ਹੈ। ਤਾਂ ਮਹਾਰਾਜ ਇਹਨੂੰ ਜਿੰਦਾ ਕਰਨ ਵਿੱਚ ਸਾਡੇ ਖਿਆਲ ਮੁਤਾਬਕ ਹਰਜ ਨਹੀਂ ਹੋਣਾ ਚਾਹੀਦਾ। ਇਸ ਤੇ ਪੁੰਨ ਅਧਿਕ ਕੋ ਜਾਨ। ਫਿਰ ਇਹਦੇ ਤੋਂ ਵੱਡਾ ਪੁੰਨ ਵੀ ਦੱਸੋ ਕਿਹੜਾ ਜਾਣੋਗੇ? ਸਾਡੀ ਸੋਚ ਮੁਤਾਬਕ ਇਦੋਂ ਵੱਡਾ ਕੋਈ ਪੁੰਨ ਨਹੀਂ ਹੈ। ਸ੍ਰੀ ਪ੍ਰਭ ਨਹੀਂ ਕੋਪ ਕੋ ਠਾਨ। ਔਰ ਸਾਡਾ ਖਿਆਲ ਇਹ ਹੈ, ਸਾਡਾ ਭਰੋਸਾ ਇਹ ਹੈ ਵੀ ਜੇ ਗਊ ਨੂੰ ਜਿੰਦਾ ਕੀਤਾ ਜਾਏ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ
ਵੀਰ ਰਸ ਨਹੀਂ ਕਰਨਗੇ, ਮਹਾਰਾਜ ਤੁਹਾਡੇ ਨਾਲ ਨਾਰਾਜ਼ ਨਹੀਂ ਹੋਣਗੇ। ਇਤਿਆਦਿਕ ਸਭ ਹੁਣ ਸੁਨਾਇਓ। ਇਸ ਤੋਂ ਇਲਾਵਾ ਸਾਧ ਸੰਗਤ ਜੀ ਬਹੁਤ ਸਾਰੀਆਂ ਬੇਨਤੀਆਂ ਸ਼ਿਕਾਰੀਆਂ ਨੇ ਕੀਤੀਆਂ ਹਨ। ਗੁਰ ਸੁਤ ਸੁਨਤ ਹਿਰਦੇ ਹੋਏ ਆਇਓ। ਜਦੋਂ ਸਾਹਿਬਜ਼ਾਦੇ ਨੇ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਇਹ ਬੇਨਤੀਆਂ ਸ਼ਿਕਾਰੀਆਂ ਦੀਆਂ ਸੁਣੀਆਂ ਨਾ, ਉਹਨਾਂ ਦੇ ਮਨ ਵਿੱਚ ਵੀ ਇਸ ਤਰ੍ਹਾਂ ਦਾ ਖਿਆਲ ਆਇਆ, ਅਬ ਤਉ ਆਛੀ ਅਹੈ ਜਿਵਾਹਨ। ਹੁਣ ਤਾਂ ਚੰਗੀ ਗੱਲ ਹੈ, ਹੁਣ ਤਾਂ ਸਾਰਿਆਂ ਦੀ ਸਲਾਹ ਰਲ ਗਈ ਨਾ। ਜਦੋਂ ਬੰਦਾ ਇਕੱਲਾ ਹੋਵੇ ਤੇ ਦੁਬਿਧਾ ਵਿੱਚ ਹੁੰਦਾ ਹੈ, ਜਦੋਂ 2-4 ਬੰਦੇ ਜਿਨ੍ਹਾਂ ਉੱਤੇ ਭਰੋਸਾ ਹੋਵੇ ਉਹ ਸਲਾਹ ਦੀ ਹਾਮੀ ਭਰ ਲੈਣ, ਫਿਰ ਉਹ ਸਲਾਹ ਇਰਾਦਾ ਬਣ ਜਾਂਦੀ ਹੈ। ਤਾਂ ਇਹ ਜਿਹੜੀ ਸਲਾਹ ਸੀ ਨਾ ਬਾਬਾ ਜੀ ਦੇ ਮਨ ਦੀ, ਵੀ ਗਊ ਜਿੰਦਾ ਕਰ ਦੇਣੀ ਚਾਹੀਦੀ ਹੈ, ਜਦੋਂ ਸਾਥੀਆਂ ਨੇ ਸਲਾਹ ਦੇ ਵਿੱਚ ਹਾਮੀ ਭਰ ਦਿੱਤੀ ਤਾਂ ਹੁਣ ਇਹ ਇਰਾਦਾ ਬਣ ਗਿਆ। ਸਹਿਤ ਪੁਨ ਅਰ ਰਾਰ ਮਿਟਾਵਨ। ਮਨ ਵਿੱਚ ਇਰਾਦਾ ਕੀ ਕੀਤਾ ਵੀ ਗਊ ਨੂੰ ਜਿੰਦਾ ਕਰ ਦਈਏ, ਇੱਕ ਤਾਂ ਪੁੰਨ ਲੱਗੇਗਾ, ਦੂਸਰਾ ਇਹ ਰੌਲਾ ਗੋਲਾ ਇਹ ਝਗੜਾ ਇੱਥੇ ਹੀ ਮੁੱਕ ਜਾਵੇਗਾ। ਪਿਤਾ ਕੋਪ ਕੋ ਲਹੈ ਸਹਾਰ। ਔਰ ਜੇ ਬਹੁਤੀ ਗੱਲ ਹੋਏਗੀ, ਜੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਰਾਜ਼ ਹੋਣਗੇ ਤਾਂ ਫਿਰ ਚੁੱਪ ਕਰਕੇ ਖਲੋ ਕੇ ਸਹਿ ਲਵਾਂਗੇ। ਹੁਣ ਸਿਆਣਾ ਪੁੱਤਰ ਜਿਹੜਾ ਹੁੰਦਾ ਆ ਉਹ ਇਹੀ ਕਰਦਾ ਵੀ ਜੇ ਪਿਤਾ ਨਾਰਾਜ਼ ਹੋ ਰਿਹਾ, ਪਿਤਾ ਗੁੱਸੇ ਵਿੱਚ ਕੁਝ ਬੋਲ ਰਿਹਾ, ਤੇ ਪੁੱਤਰ ਸਿਆਣਾ ਉਹ ਹੈ ਜਿਹੜਾ ਧਰਤੀ ਵੱਲ ਵੇਖ ਕੇ ਚੁੱਪ ਕਰਕੇ ਸੁਣ ਜਾਏ। ਅੱਜ ਕੱਲ੍ਹ ਕਲੇਸ਼ ਵਧਣ ਦਾ ਕਾਰਨ ਕੀ ਹੈ? ਪੁੱਤਰ ਕਹਿੰਦਾ ਮੈਂ ਵੱਧ ਸਿਆਣਾ, ਪਿਤਾ ਕਹਿੰਦਾ ਮੈਂ ਵੱਧ ਸਿਆਣਾ। ਜਿੰਨਾ ਪਿਓ ਬੋਲਦਾ ਉਸ ਤੋਂ 4 ਅੱਖਰ ਵੱਧ ਕੇ ਪੁੱਤਰ ਬੋਲਦਾ, ਘਰ ਵਿੱਚ ਲੜਾਈ ਵੱਧਦੀ ਹੈ। ਸਿਆਣਾ ਪੁੱਤਰ ਉਹ ਹੈ ਜਦੋਂ ਪਿਤਾ ਨਾਰਾਜ਼ ਹੋਵੇ, ਪਿਤਾ ਗੁੱਸੇ ਵਿੱਚ ਹੋਵੇ, ਤਾਂ ਧਰਤੀ ਵੱਲ ਸਿਰ ਝੁਕਾ ਕੇ ਅੱਖਾਂ ਥੱਲੇ ਨੀਵੀਆਂ ਕਰਕੇ ਚੁੱਪ ਕਰਕੇ 5 ਮਿੰਟ ਸੁਣ ਲਵੇ। ਪਿਤਾ ਤਾਂ ਪਿਤਾ ਹੈ, ਕਿੰਨਾ ਕੁ ਚਿਰ ਬੋਲੇਗਾ, ਚੁੱਪ ਕਰ ਜਾਏਗਾ, ਸ਼ਾਂਤੀ ਵਰਤ ਜਾਏਗੀ। ਤਾਂ ਬਾਬਾ ਗੁਰਦਿੱਤਾ ਸਾਹਿਬ ਜੀ ਕਹਿੰਦੇ ਬਹੁਤੀ ਗੱਲ ਕੀ ਹੋਏਗੀ, ਗੁਰੂ ਪਿਤਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਰਾਜ਼ ਹੋਣਗੇ, ਚੁੱਪ ਕਰਕੇ ਸਹਾਰ ਲਵਾਂਗੇ। ਜਥਾ ਕਹੈ ਸੋ ਕਰ ਹੈ ਕਾਰ। ਜਿਸ ਤਰੀਕੇ ਨਾਲ ਫਿਰ ਮਹਾਰਾਜ ਕਹਿਣਗੇ, ਜੇ ਬਹੁਤਾ ਗੁੱਸਾ ਕਰਨਗੇ ਹੋ ਸਕਦਾ ਕਹਿ ਦੇਣ ਵੀ ਜਾ ਸਾਡਾ ਘਰ ਹੀ ਛੱਡ ਜਾ, ਹੋ ਸਕਦਾ ਗੁੱਸਾ ਕਰਕੇ ਕਹਿ ਦੇਣ ਵੀ ਜਾ ਸਾਡੇ ਅੱਜ ਤੋਂ ਬਾਅਦ ਮੱਥੇ ਨਾ ਲੱਗੀ, ਹੋ ਸਕਦਾ ਬਖਸ਼ ਵੀ ਦੇਣ। ਜਿਵੇਂ ਉਹ ਕਹਿਣਗੇ ਉਵੇਂ ਆਪਾਂ ਕਰ ਲਵਾਂਗੇ। ਇਮ ਉਰ ਲਿਆਏ ਤੁਰੰਗਮ ਛੋਰ। ਇਸ ਤਰੀਕੇ ਨਾਲ ਸਾਧ ਸੰਗਤ ਜੀ ਮਨ ਵਿੱਚ ਵਿਚਾਰ ਕਰਕੇ ਬਾਬਾ ਗੁਰਦਿੱਤਾ ਸਾਹਿਬ ਜੀ ਘੋੜੇ ਨੂੰ ਛੱਡ ਕੇ ਘੋੜੇ ਤੋਂ ਉਤਰ ਕੇ ਥੱਲੇ ਆ ਗਏ। ਉਤਰ ਗਏ ਮ੍ਰਿਤੂ ਤੈਨੂੰ ਔਰ। ਘੋੜੇ ਤੋਂ ਉਤਰ ਕੇ ਬਾਬਾ ਗੁਰਦਿੱਤਾ ਜੀ ਉਸ ਪਾਸੇ ਗਏ ਜਿੱਥੇ ਮਰੀ ਹੋਈ ਗਊ ਦੀ ਦੇਹੀ ਪਈ ਸੀ। ਨੀਮਤ ਰੋਵਰ ਕੀ ਨਵਲਾ ਸੀ। ਸਾਧ ਸੰਗਤ ਜੀ ਇੱਕ ਨਿੰਮ ਦਾ ਉੱਥੇ ਰੁੱਖ ਸੀ, ਉਹਦੀਆਂ ਨਵੀਆਂ ਨਵੀਆਂ ਲਗਰਾਂ ਫੁੱਟੀਆਂ ਸੀ, ਨਵੀਆਂ ਨਵੀਆਂ ਛੋਟੀਆਂ ਛੋਟੀਆਂ ਕੋਮਲ ਕੋਮਲ ਟਾਹਣੀਆਂ ਸਨ। ਉਹਨਾਂ ਦੇ ਵਿੱਚੋਂ ਇੱਕ ਟਾਹਣੀ ਬਾਬਾ ਜੀ ਨੇ ਤੋੜ ਲਈ। ਹਾਥ ਗਹੀ ਪਹੁੰਚੇ ਗੋਪੀ। ਔਰ ਹੱਥ ਵਿੱਚ ਉਹ ਨਿੰਮ ਦੇ ਰੁੱਖ ਦੀ ਟਾਹਣੀ ਲੈ ਕੇ ਬਾਬਾ ਜੀ ਉਸ ਗਊ ਦੇ ਪਾਸ ਜਾ ਪਹੁੰਚੇ। ਛਰੀ ਲਗਾਏ ਗਊ ਕੋ ਗਤਰਾਸੀ। ਸਾਧ ਸੰਗਤ ਜੀ, ਛਰੀ ਲਗਾਏ ਗਊ ਕੇ ਗਾਤ, ਗਊ ਦੇ ਸਰੀਰ ਨੂੰ ਜਾ ਕੇ ਬਾਬਾ ਜੀ ਨੇ ਉਹ ਨਿੰਮ ਦੀ ਜਿਹੜੀ ਛੜੀ ਸੀ ਨਾ ਉਹ 2 ਵਾਰ 4 ਵਾਰ 5 ਵਾਰ ਲਗਾਈ ਹੈ। ਸ਼੍ਰੀ ਮੁਖ ਤੇ ਬੋਲੇ ਇਸ ਭਾਂਤ। ਆਪਣੇ ਸੋਭਾ ਵਾਲੇ ਸੋਹਣੇ ਸੁੰਦਰ ਮੁਖਾਰਬਿੰਦ ਤੋਂ ਬਾਬਾ ਗੁਰਦਿੱਤਾ ਸਾਹਿਬ ਜੀ ਇਸ ਤਰ੍ਹਾਂ ਬਚਨ ਬੋਲੇ ਹਨ। ਉਠੋ ਮਾਤ ਅਬ ਨਿੰਦਰਾ ਤਿਆਗੋ। ਇਸ ਤਰ੍ਹਾਂ ਬਚਨ ਕੀਤਾ। ਗੁਰ ਇਤਿਹਾਸ ਦੇ ਪੂਰਨ ਬਚਨ ਇਸ ਤਰ੍ਹਾਂ ਨੇ ਵੀ ਬਾਬਾ ਗੁਰਦਿੱਤਾ ਸਾਹਿਬ ਜੀ ਗਏ, ਜੋੜਾ ਉਤਾਰਿਆ, ਛੜੀ ਜਾ ਕੇ ਉਸ ਗਊ ਦੇ ਸਰੀਰ ਨੂੰ ਲਾਈ, 5 ਵਾਰ ਆਖਿਆ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਉਹ 5 ਵਾਰ ਆਖਿਆ। ਆਖ ਕੇ ਤੇ ਫਿਰ ਇਸ ਤਰ੍ਹਾਂ ਬਚਨ ਕੀਤੇ, ਕਹਿਣ ਲੱਗੇ ਹੇ ਗਊ ਮਾਤਾ ਉੱਠ ਉੱਠ, ਆਪਦੀ ਨੀਂਦ ਦਾ ਤਿਆਗ ਕਰ। ਪੂਰਬ ਸਮ ਚਰਬੇ ਤ੍ਰਣ ਲਾਗੋ। ਉੱਠ ਕੇ ਨੀਂਦ ਛੱਡ ਕੇ ਬਹਿ ਤੇ ਪਹਿਲਾਂ ਵਾਂਗੂ ਆਪਣਾ ਘਾਹ ਪੱਠਾ ਚਰਨ ਵਾਲੀ ਕਿਰਿਆ ਕਰ। ਸੋ ਭਟ ਸਕਲ ਅਰ ਖਰੇ ਪਹਾੜੀ। ਸਾਰੇ ਸੂਰਮੇ ਤੇ ਸਾਰੇ ਪਹਾੜੀ ਲੋਕ
ਬਾਬਾ ਗੁਰਦਿੱਤਾ ਸਾਹਿਬ ਜੀ ਦੇ ਨੇੜੇ ਖਲੋਤੇ ਹਨ। ਮਰੀ ਤੈਨੂੰ ਸੋ ਕਰਤ ਨਿਹਾਰੀ। ਉਹ ਮਰੀ ਹੋਈ ਗਊ ਨੂੰ ਸਾਧ ਸੰਗਤ ਜੀ ਸਾਰੇ ਵੇਖ ਰਹੇ ਨੇ ਆਪਣੀਆਂ ਅੱਖਾਂ ਨਾਲ। ਗੁਰੂ ਪੁੱਤਰ ਜਬ ਬਾਕ ਬਖਾਨੇ। ਜਦੋਂ ਗੁਰੂ ਕੇ ਪੁੱਤਰ ਨੇ ਸਤਿਗੁਰੂ ਦੇ ਸਾਹਿਬਜ਼ਾਦੇ ਸਤਿਕਾਰਯੋਗ ਬਾਬਾ ਗੁਰਦਿੱਤਾ ਜੀ ਨੇ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਮੁਖੋਂ ਇਸ ਤਰ੍ਹਾਂ ਬਚਨ ਉਚਾਰੇ ਨਾ ਵੀ ਗਊ ਮਾਤਾ ਉੱਠ ਕੇ ਬਏ ਘਾਹ ਪੱਠਾ ਚਾਰ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਦੇ ਸਤਿਕਾਰਯੋਗ ਬਾਬਾ ਜੀ ਦੇ ਬਚਨਾਂ ਨੂੰ ਸੁਣ ਕਰਕੇ ਤਤ ਛਿਨ ਉਠੀ ਸੋ ਪ੍ਰਥਮ ਸਮਾਨੇ। ਉਹ ਗਊ ਛੇਤੀ ਦੇ ਨਾਲ ਇਉਂ ਉੱਠ ਕੇ ਬਹਿ ਗਈ ਜਿਵੇਂ ਸੁੱਤੀ ਉੱਠੀ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਕੇ ਸ਼ਬਦ ਦੀ ਸਤਨਾਮ ਸ੍ਰੀ ਵਾਹਿਗੁਰੂ ਦੀ ਸਮਰੱਥਾ ਹੈ। ਇਹ ਗੁਰੂ ਕੇ ਸ਼ਬਦ ਦਾ ਤੇਜ ਪ੍ਰਤਾਪ ਹੈ। ਸਤਿਗੁਰੂ ਦੇ ਘਰ ਦੇ ਉੱਤੇ ਜੇ ਕਿਸੇ ਨੂੰ ਸਾਖੀ ਤੇ ਸ਼ੰਕਾ ਆਵੇ, ਕਿਉਂਕਿ ਤਰਕ ਦਾ ਜ਼ਮਾਨਾ ਬਹੁਤ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਰੋਸ਼ਨੀ ਲੈ ਕੇ ਚੱਲਿਓ, ਜੀਵਨ ਵਿੱਚ ਸ਼ੰਕਾ ਨਹੀਂ ਆਏਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਗਰੀਬ ਨਵਾਜ ਕੀ ਕਹਿੰਦੇ ਹੈ? ਬਾਬੁਲ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ। ਮੇਰਾ ਪਿਤਾ ਜਿਹੜਾ ਹੈ ਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਸਾਰੀਆਂ ਸਮਰੱਥਾ ਦਾ ਮਾਲਕ ਹੈ। ਔਰ ਕਿੰਨੀ ਕੁ ਸਮਰੱਥਾ ਹੈ? ਮਿਰਤਕ ਕਉ ਜੀਵਾਲਣ ਹਾਰ। ਪੜ੍ਹਿਆ ਕਰੋ, ਸਾਰੇ ਬਾਣੀ ਪੜ੍ਹਦੇ ਹੋ ਨਾ। ਮਿਰਤਕ ਕਉ ਜੀਵਾਲਣ ਹਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੂਏ ਕੋ ਦੇਵਤ ਆਧਾਰ। ਪਰਮੇਸ਼ਰ ਤਾਂ ਐਸਾ ਸਮਰੱਥ ਹੈ, ਮਹਾਰਾਜ ਕਹਿੰਦੇ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ। ਜੇ ਉਹਦੀ ਮਰਜ਼ੀ ਹੋਵੇ ਤਾਂ ਉਹ ਤਾਂ ਸਾਹਾਂ ਤੋਂ ਬਿਨਾਂ ਵੀ ਸਰੀਰਾਂ ਨੂੰ ਲਈ ਫਿਰੇ। ਮਰੇ ਹੋਏ ਸਰੀਰ ਦੇ ਵਿੱਚ ਪ੍ਰਾਣ ਪਾਉਣੇ ਉਹਦੇ ਵਾਸਤੇ ਕੋਈ ਵੱਡੀ ਖੇਡ ਨਹੀਂ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਕਲਾ ਵਰਤੀ ਸੰਗਤ ਜੀ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਬਚਨ ਦੇ ਨਾਲ ਮਰੀ ਹੋਈ ਗਊ ਉਹ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਸੁਣ ਕੇ ਉੱਠ ਕੇ ਬੈਠੀ ਚਰਨ ਲੱਗ ਪਈ। ਇਸ ਤੋਂ ਅੱਗੇ ਕਿਵੇਂ ਕੌਤਕ ਵਰਤਦਾ ਹੈ, ਕੀ ਬਚਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਕਰਦੇ ਨੇ, ਕਿਵੇਂ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਪਰਉਪਕਾਰ ਦੀ ਮੂਰਤ, ਉਹ ਮਹਾਤਮਾ ਕਿਸੇ ਦੇ ਪਰਉਪਕਾਰ ਵਾਸਤੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੰਦੇ ਨੇ। ਗੁਰੂ ਕਾ ਬਚਨ ਕਿਵੇਂ ਕਮਾਇਆ ਜਾਂਦਾ ਹੈ, ਆਪਣੇ ਪ੍ਰਾਣ ਦੇ ਕੇ ਵੀ ਗੁਰੂ ਕੀ ਆਗਿਆ ਦਾ ਨਿਰਵਾਣ ਕਿਵੇਂ ਕੀਤਾ ਜਾਂਦਾ ਹੈ। ਇਹ ਬਹੁਤ ਸੋਹਣੇ, ਬੜੇ ਰਸਦਾਇਕ, ਬੜੇ ਸਿੱਖਿਆਦਾਇਕ ਪ੍ਰਸੰਗ ਆਪ ਜੀ ਨੇ ਆਉਣ ਵਾਲੇ ਦੀਵਾਨਾਂ ਅੰਦਰ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਜਿਤਨੀ ਸੰਗਤ ਨੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰੀ ਹੈ, ਸਾਰੀ ਸੰਗਤ ਦੀ ਹਾਜ਼ਰੀ ਸਤਿਗੁਰੂ ਆਪਣੇ ਦਰ ਤੇ ਪ੍ਰਵਾਨ ਕਰਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਗੁਰ ਇਤਿਹਾਸ ਦੀ ਕਥਾ ਵਿਚਾਰ ਕਰਦਿਆਂ ਦਾਸਰਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਤੋਂ ਸਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਵਿੱਚ ਸਾਂਝ ਪਾਈਏ ਜੀ। ਗੁਰੂ ਪੁੱਤਰ ਜਬ ਬਾਕ ਬਖਾਨੇ, ਤਤ ਛਿਨ ਉਠੀ ਸੋ ਪ੍ਰਥਮ ਸਮਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ
ਆਦਿ ਸੱਚ ਆਦ ਸਚ ਜੁਗਾਦ ਸੱਚ ਜੁਗਾਦ ਸਚ ਹੈ ਭੀ ਸੱਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਕਾਲ ਮੂਰਤ ਅਜੂਨੀ ਸੈਭੰ ਜੂਨੀ ਸੈਭੰ ਗੁਰ ਪ੍ਰਸਾਦ ਪ੍ਰਸਾਦ ਜਪ ਜਪ ਆਦਿ ਸੱਚ ਆਦ ਸਚ ਜੁਗਾਦ ਸੱਚ ਜੁਗਾਦ ਸਚ ਹੈ ਭੀ ਸੱਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਕਾਲ ਮੂਰਤ ਅਜੂਨੀ ਸੈਭੰ ਜੂਨੀ ਸੈਭੰ ਗੁਰ ਪ੍ਰਸਾਦ ਪ੍ਰਸਾਦ ਜਪ ਜਪ ਆਦਿ ਸੱਚ ਆਦ ਸਚ ਜੁਗਾਦ ਸੱਚ ਆਦ ਸਚ ਹੈ ਭੀ ਸੱਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਨਾਨਕ ਹੋਸੀ ਭੀ ਸਚ ਵਾਹਿਗੁਰੂ 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 ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ ਜੋ ਸਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।